ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਸੰਗਤ ਜੀ, ਪਹਿਲਾ ਫਤਿਹ ਬੁਲਾਈ ਆਪਾਂ। ਜੈ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਨਵੇਂ ਬੁੱਧਾ, ਅਸਲਾਮ ਅਲੈਕਮ, ਰਾਮ ਰਾਮ, ਜੈ ਵਾਲਮੀਕੀ, ਹਰ ਹਰ ਵਾਲਮੀਕੀ। ਸਤਿਸੰਗਤ ਜੀ, ਮੂਲ ਮੰਤਰ ਆਪ ਜੀ ਨੇ ਸਾਂਝਾ ਕੀਤਾ। 16 ਅੱਖਰ ਉੜਿਆੜੇ ਦੇ 16 ਤੋਂ 35 ਬਣੇ ਨੇ, ਇਸ ਕਰਕੇ ਜ਼ਰੂਰੀ ਸੀ। ਅੱਜ ਆਪਾਂ ਗੱਲ ਕਰਾਂਗੇ, ਇੱਕ ਸਾਡੇ ਵੀਰ ਨੇ ਸਿੱਖੀ ਦੇ ਵਿੱਚ ਆਪਣੇ ਆਪ ਨੂੰ ਔਰ ਆਪਣੇ ਆਪ ਨੂੰ ਵੀ ਇੱਦਾਂ ਸਮਝਦੇ ਨੇ ਕਿ ਸਿੱਖੀ ਦੇ ਬਹੁਤ ਵੱਡੇ, ਸਿੱਖੀ ਇਤਿਹਾਸ ਨੂੰ ਲੱਭਣ ਵਾਲੇ ਬਹੁਤ ਵੱਡੇ ਵਿਦਵਾਨ ਨੇ। ਔਰ ਕੁਝ ਸਾਡੇ ਜਿਹੜੇ ਵੀਰ ਨੇ ਸਿੱਖੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੋਂ ਬਿਨਾਂ, ਲਾਈ ਤੋਂ ਬਿਨਾਂ ਇਤਿਹਾਸ ਨੂੰ ਮੰਨ ਕੇ ਬੈਠੇ ਨੇ। ਅੱਜ ਮੈਂ ਉਸ ਵੀਰ, ਉਹਦਾ ਨਾਂ ਜੀ ਸੁਖਪ੍ਰੀਤ ਜੀ ਸਿੰਘ ਜੀ ਉਦੋਕੇ, ਮੈਂ ਉਸ ਸੁਖਪ੍ਰੀਤ ਉਦੋ ਜੀ ਨੂੰ, ਵੀਰ ਜੀ ਨੂੰ, ਕੁਛ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਸਤਿਗੁਰੂ ਮਰਦਾਨਾ ਜੀ, ਉਹ ਤਾਂ ਲਾਲਚੀ ਦੱਸਦਾ ਉਹਨਾਂ ਨੂੰ, ਪਰ ਮੈਂ ਇੱਕ ਗੱਲ ਕਹਿ ਦਿੰਦਾ, ਜੇ 54 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਸਤਿਗੁਰੂ ਮਰਦਾਨਾ ਜੀ ਨੇ ਗੁਜ਼ਾਰੇ ਨੇ, ਕੋਈ ਉਹਨਾਂ ਨੂੰ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਉਹਨਾਂ ਨੂੰ ਲਾਲਚੀ ਦੱਸਣ ਦੀ ਕੋਸ਼ਿਸ਼ ਕਰੂਗਾ, ਖਾਸ ਤੌਰ ਤੇ ਜਿਹੜੇ ਜਿਨ੍ਹਾਂ ਨੇ ਸਿੱਖੀ ਦੱਸੀ, ਜਿਨ੍ਹਾਂ ਨੇ ਸਿੱਖੀ ਚਲਾਈ, ਜਿਨ੍ਹਾਂ ਨੇ ਸਿੱਖੀ ਲਿਖੀ, ਜਿਨ੍ਹਾਂ ਨੇ ਸਿੱਖੀ ਦੇ ਉੱਤੇ ਪਹਿਰਾ ਦੇ ਕੇ ਸਿੱਖ ਸੋਚ ਨੂੰ ਉਜਲਿਆ ਕੀਤਾ, ਜੇ ਕੋਈ ਵੀ ਮਨੁੱਖ ਦੁਨੀਆ ਦੇ ਵਿੱਚ ਉਹਨਾਂ ਨੂੰ ਲਾਲਚੀ ਦੱਸਣ ਦੀ ਕੋਸ਼ਿਸ਼ ਕਰੂਗਾ, ਉਹਨਾਂ ਨੂੰ ਭੁੱਖੇ ਦੱਸਣ ਦੀ ਕੋਸ਼ਿਸ਼ ਕਰੂਗਾ, ਤੇ ਮੈਂ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਆ। ਤੇ ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਨੇ ਹਰ ਇੱਕ ਇਤਿਹਾਸ ਦੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਆ, ਔਰ ਉਹ ਇਤਿਹਾਸ ਦੀ ਗੱਲ ਸ਼ਬਦ ਦੇ ਵਿੱਚੋਂ ਪ੍ਰਗਟ ਹੋਣੀ ਆ। ਸਾਡਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪ੍ਰੈਕਟੀਕਲ ਜ਼ਿੰਦਗੀ ਦਾ ਕਰਕੇ ਸਾਨੂੰ ਇਤਿਹਾਸ ਦੱਸ ਕੇ ਗਏ ਨੇ। 6 ਘਰ ਗੁਰੂ ਨਾਨਕ ਸਾਹਿਬ ਲਿਖਦੇ ਨੇ, ਮੈਂ ਨਹੀਂ ਲਿਖ ਰਿਹਾ, ਯਾਦ ਰੱਖਿਓ। 6 ਘਰ, 6 ਗੁਰ, 6 ਉਪਦੇਸ਼, 6 ਘਰ, 6 ਗੁਰ, 6 ਉਪਦੇਸ਼। ਗੁਰੂ ਗੋਬਿੰਦ ਸਿੰਘ ਜੀ ਸਾਨੂੰ ਉਪਦੇਸ਼ ਕੀ ਦੇ ਕੇ ਗਏ, ਅਸੀਂ ਉਹਦੇ ਨਾਲ ਸੋਚਣਾ, ਨਾ ਕਿ ਤੇਰੇ ਪੜ੍ਹੇ ਹੋਏ ਗ੍ਰੰਥਾਂ ਨੂੰ, ਤੇਰੇ ਪੜ੍ਹੇ ਹੋਏ, ਤੇਰੀ ਬਿਰਤੀ ਲਾਲਚੀ ਹੋ ਸਕਦੀ ਆ। ਤੁਸੀਂ ਭਾਈ ਮਰਦਾਨਾ ਜੀ ਦੀ ਬਿਰਤੀ ਨੂੰ ਲਾਲਚੀ ਦੱਸਿਆ। ਜਿਹੜੇ ਲੋਕ ਇੱਦਾਂ ਦੱਸਣਗੇ ਤਾਂ ਮੇਰਾ ਵੀ ਫਰਜ਼ ਬਣਦਾ ਆ ਕਿ ਜੇ ਕੋਈ ਇਹਨਾਂ ਆਪਣੀ ਪੂਰੀ ਦੀ ਪੂਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਦੇ ਨਾਲ ਪ੍ਰਚਾਰ ਕਰਨਿਆਂ ਲਾਈ ਹੋਵੇ, ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਦੀ ਆਤਮਾ ਨੂੰ ਜਗਾਇਆ ਹੋਵੇ, ਤੇ ਗੁਰੂ ਨਾਨਕ ਸਾਹਿਬ ਨੇ ਬਾਣੀ ਲਿਖੀ ਹੋਵੇ, ਉਸ ਬਾਣੀ ਨੂੰ ਲਿਖ ਕੇ ਸਾਨੂੰ ਦੱਸਿਆ ਹੋਵੇ ਤੁਸੀਂ ਕਿੱਦਾਂ ਜਾਗਣਾ। ਤੇ ਜੇ ਕੋਈ ਉਹਨੂੰ ਭਾਈ ਮਰਦਾਨਾ ਜੀ ਨੂੰ, ਸਤਿਗੁਰੂ ਮਰਦਾਨਾ ਜੀ ਨੂੰ ਲਾਲਚੀ ਬਣਾਉਣ ਦੀ ਕੋਸ਼ਿਸ਼ ਕਰੂਗਾ, ਤੇ ਮੈਂ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਵਾਲ ਪੁੱਛਣੇ ਨੇ। ਯਾਦ ਰੱਖਿਓ, ਪਹਿਲਾਂ ਤੁਸੀਂ ਸੁਣ ਲਓ ਉਹਨੂੰ, ਹਨਾ। ਭਾਈ ਉਦੋਕੇ ਜੀ, ਉਹ ਆਪ ਜੀ ਸਾਰੇ ਜਾਣਦੇ ਹੋ, ਠੀਕ ਹੈ ਨਾ। ਮੈਂ ਦੇਖਦਾ ਦੱਸਾਂ ਕਿ ਜੀ ਟੈਲੀਫੋਨ ਜੇ ਖੁੱਲ੍ਹ ਗਿਆ ਤਾਂ ਮੈਨੂੰ ਲੱਗਦਾ ਕਿ ਕਿਸੇ ਕੋਲ ਟੈਲੀਫੋਨ ਲਿਆ ਸੀ ਨਾ।
ਆ ਲਓ ਹੁਣ ਵੇਟ ਕਰਨੀ ਪੈਣੀ ਸਤਸੰਗ ਜੀ, 1 ਸਕਿੰਟ ਵੇਟ ਕਰਿਓ, ਇੱਥੇ ਜੁੜੇ ਰਹੋ। ਕੋਡ ਖਲਾਉਣਾ ਪੈਣਾ, ਕਿਸੇ ਦਾ ਟੈਲੀਫੋਨ ਲਿਆ ਸੀ ਜੀ, ਕਿਸੇ ਦਾ ਟੈਲੀਫੋਨ ਲਿਆ ਸੀ। ਅੰਬੂ ਕਿੱਥੇ ਰੱਖੋ? Da pouco ali, minha ferramenta não tá lá. Ah, c'est bon. ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਇੱਕ ਜਨਮ ਸਾਖੀ B42 ਲੰਡਨ ਮਿਊਜ਼ੀਅਮ 'ਚ ਪਈ ਹੈ। ਉਹਦੇ ਵਿੱਚ ਇੱਕ ਬੜੀ ਸੋਹਣੀ ਸਾਖੀ ਹੈ। ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੂੰ ਧਿਆਨ ਨਾਲ ਸੁਣਿਓ ਜੀ ਸਾਰੇ, ਇਹ ਭਾਈ ਉਦੋਂ ਕਹਿੰਦਾ ਪਾਤਸ਼ਾਹ ਜੰਗਲ 'ਚ ਲੰਘ ਰਹੇ ਸੀ, ਪਾਤਸ਼ਾਹ ਭੁੱਖ ਬੜੀ ਲੱਗੀ ਹੈ ਤੇ ਪਾਤਸ਼ਾਹ ਥੋੜੇ ਅੱਗੇ ਗਏ ਤੇ ਇੱਕ ਰੁੱਖ ਵੱਲ ਇਸ਼ਾਰਾ ਕਰਕੇ ਕਹਿੰਦੇ ਮਰਦਾਨਿਆਂ, ਉਸ ਰੁੱਖ ਨੂੰ ਜਿਹੜੇ ਫਲ ਲੱਗੇ ਹਨ ਤੂੰ ਉਹ ਖਾ ਲਾ। ਮਰਦਾਨੇ ਨੂੰ ਖਾਣ ਵਾਸਤੇ ਕਿਹਾ ਸੀ। ਮਰਦਾਨੇ ਨੇ ਇੱਕ ਫਲ ਤੋੜਿਆ, ਖਾ ਕੇ ਵੇਖਿਆ, ਬੜਾ ਸਵਾਦ ਲੱਗਾ। ਉਸਨੇ ਦੂਸਰਾ ਖਾਧਾ, ਬੜਾ ਸਵਾਦ ਲੱਗਾ। ਹੁਣ ਮਨ ਦੇ 'ਚ ਲਾਲਚ ਪੈਦਾ ਹੋ ਗਿਆ ਕਿ ਤੋੜ ਕੇ ਹੋਰ ਰੱਖ ਲਵਾਂ। 4 5 6 ਹੋਰ ਤੋੜੇ ਤੇ ਕੱਪੜੇ ਦੇ ਵਿੱਚ ਬੰਨ੍ਹ ਕੇ ਤੁਰ ਗਿਆ। ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ, ਕਹਿੰਦੇ ਮਰਦਾਨੇ ਕੀ ਚੁੱਕੀ ਆਉਣਾ ਹੈ? ਕਹਿੰਦਾ ਪਾਤਸ਼ਾਹ ਜਿਸ ਰੁੱਖ ਦੇ ਤੁਸੀਂ ਫਲ ਤੋੜਨ ਨੂੰ ਕਿਹਾ ਸੀ ਮੈਂ 2 ਤਾਂ ਖਾ ਲਏ ਨੇ ਤੇ ਬਾਕੀ ਕੱਲ ਵਾਸਤੇ ਚੁੱਕੀ ਆਉਣਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਹੀ ਹੈ, ਮਰਦਾਨਿਆਂ ਤੈਨੂੰ ਪਤਾ ਹੈ ਕਿ ਕੱਲ ਤੱਕ ਇਹ ਫਲ ਹੋਣਗੇ ਜਾਂ ਫਲ ਖਾਣ ਵਾਲੇ ਹੋਣਗੇ? ਤੈਨੂੰ ਕੱਲ ਦਾ ਪਤਾ? ਪਾਤਸ਼ਾਹ ਨਹੀਂ। ਕਹਿੰਦੇ ਫਿਰ ਫਲਾਂ ਨੂੰ ਖੋਲ ਕੇ ਵੇਖ। ਜਦੋਂ ਖੋਲ ਕੇ ਵੇਖਿਆ, ਕਹਿੰਦੇ ਖਾ ਕੇ ਵੇਖ। ਜਦੋਂ ਖਾ ਕੇ ਵੇਖਿਆ ਤੇ ਉਹਨਾਂ ਦਾ ਸਵਾਦ ਖਰਾਬ ਹੋ ਚੁੱਕਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਕਹਿੰਦੇ ਕਿ ਮਾਇਆ ਨੂੰ ਗੁਜਰਾਨ ਤੱਕ ਸੀਮਤ ਰੱਖੋ। ਜਦੋਂ ਅਸੀਂ ਮਨੁੱਖੀ ਵਸੀਲਿਆਂ ਦਾ ਘਾਣ ਕਰਕੇ ਜੋੜਨ ਤੱਕ ਸੀਮਤ ਹੋ ਜਾਂਦੇ ਆ ਤਾਂ ਸਮੁੱਚੀ ਜਿਹੜਾ ਕਿਰਤ ਦਾ ਪੈਰਾਮੀਟਰ ਆ ਉਹ ਸਿੱਖੀ ਦੇ ਅਨੁਸਾਰ ਨਹੀਂ ਰਹਿ ਜਾਂਦਾ। ਸਾਡਾ ਨਿਸ਼ਾਨਾ ਹੀ ਇੱਥੇ ਹੁੰਦਾ ਹੈ ਕਿ ਜੇਕਰ ਅਸੀਂ ਆਪਣੀ ਕਿਰਤ ਦੇ ਵਿੱਚੋਂ ਕਰਤੇ ਦੀ ਯਾਦ ਦੇ ਵਿੱਚ ਰਹਿੰਦਿਆਂ ਹੋਇਆਂ ਆਪਣਾ ਸਮਾਂ ਬਤੀਤ ਕਰਨਾ ਹੋਵੇ ਤਾਂ ਪ੍ਰਮਾਤਮਾ ਉਹਨੇ ਸੁਣਿਆ ਸਤਸੰਗਤ ਜੀ। ਭਾਈ ਮਰਦਾਨਾ ਜੀ ਨੇ ਫਲ ਤੋੜੇ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਤੁਸੀਂ ਫਲ ਤੋੜ ਲਓ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸੁਖਪ੍ਰੀਤ ਜੀ ਉਦੋਕੇ ਨੂੰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇੱਕ ਸ਼ਬਦ ਐਸਾ ਹੋਵੇ ਜਿੱਥੇ ਗਰੀਬਾਂ ਨੂੰ ਗੁਰੂ ਨਾਨਕ ਸਾਹਿਬ ਨੇ ਲਾਲਚੀ ਤੇ ਭੁੱਖੇ ਲਿਖਿਆ ਹੋਵੇ। ਯਾਦ ਰੱਖਿਓ ਸਤਸੰਗਤ ਜੀ, ਮੇਰਾ ਸਵਾਲ ਆ ਜਸਵੀਰ ਸੁਖਪ੍ਰੀਤ ਸਿੰਘ ਜੀ ਉਦੋਕੇ। ਚਲੋ ਸਿੰਘ ਲਿਖਿਆ ਆ, ਵਧੀਆ ਗੱਲ ਆ, ਪਰ ਸਿੰਘ ਜਿਹੜੇ ਹੁੰਦੇ ਨੇ ਨਾ ਕੁਛ ਦੁਨੀਆ ਨੂੰ ਦੇ ਕੇ ਜਾਂਦੇ ਨੇ। ਅੱਛਾ, ਹੋਰ ਵੀ ਮੈਂ ਦੱਸ ਦੇਣੀ ਚਾਹੁੰਦਾ। ਸੁਖਪ੍ਰੀਤ ਜੀ ਉਦੋਕੇ, ਤੁਸੀਂ ਕਿਹਾ ਭਾਈ ਮਰਦਾਨਾ ਜੀ ਲਾਲਚੀ ਹੋ ਗਏ। ਤੁਸੀਂ ਇਹ ਗੱਲ ਕਹੀ ਆ, ਯਾਦ ਰੱਖਿਓ। ਭਾਈ ਮਰਦਾਨਾ ਜੀ ਲਾਲਚੀ, ਦੇਖੋ ਇਹ ਬੰਦੇ ਨੇ ਦੱਸਣਾ ਕੀ ਚਾਹੁੰਦਾ, ਲੇਕਿਨ ਪਤਾ ਨਹੀਂ ਕੀ ਗੱਲ ਆ। ਇਹ ਬ੍ਰਾਹਮਣ ਵਾਲੀ ਸੋਚ ਵਾਲੇ ਲੋਕਾਂ ਨੂੰ ਗਰੀਬ ਹੀ ਕਿਉਂ ਲਾਲਚੀ ਲੱਗਦੇ ਆ। ਹੁਣ ਸੁਖਪ੍ਰੀਤ ਜੀ ਉਦੋਕੇ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ, ਤੁਸੀਂ ਸਿੱਖੀ ਦਾ ਪ੍ਰਚਾਰ ਕਰਦੇ ਆ, ਤੁਹਾਡਾ ਕੋਈ ਹੋਰ ਬਿਜ਼ਨਸ ਹੈਗਾ? ਦੱਸਿਓ। ਜੇ ਤੁਹਾਡਾ ਹੋਰ ਕੋਈ ਬਿਜ਼ਨਸ ਨਹੀਂ, ਇਹਦਾ ਮਤਲਬ ਤੁਸੀਂ ਸਿੱਖੀ ਦੇ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਇਤਿਹਾਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦੱਸ ਕੇ ਤੁਸੀਂ ਉਹ ਤੋਂ ਆਪਣੀ ਰੋਜੀ ਚਲਾਉਂਦੇ ਆ। ਜੇ ਨਹੀਂ ਚਲਾਉਂਦੇ ਤੇ ਤੁਸੀਂ ਮੈਨੂੰ ਦੱਸਿਓ ਵੀ ਜਿਹੜੀ ਤੁਹਾਨੂੰ ਆਮਦਨ ਆਉਂਦੀ ਆ, ਕੀ ਗਰੀਬਾਂ ਨੂੰ ਤੁਸੀਂ ਸਾਰਾ ਗਰੀਬਾਂ ਦੇ ਖਾਤੇ 'ਚ ਜਾਂਦੀ ਆ? ਗਰੀਬਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੇ ਵਿੱਚ ਕੰਮ ਆਉਂਦੀ ਆ? ਕੀ ਗਰੀਬਾਂ ਦੇ ਬੱਚਿਆਂ ਦੇ ਸਕੂਲ ਬਣਾਉਣ ਵਾਸਤੇ ਕੰਮ ਆਉਂਦੀ ਆ? ਇੱਥੇ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸੀ, ਪਰ ਤੁਹਾਡੇ ਵਰਗੇ ਲੋਕਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੱਚ ਨਾ ਦੱਸ ਕੇ ਤੁਸੀਂ ਲੋਕਾਂ ਨੇ ਬਾਣੀ ਦਾ ਵਪਾਰ ਕੀਤਾ। ਔਰ ਜਸਪ੍ਰੀਤ ਜੀ ਉਦੋਕੇ, ਯਾਦ ਰੱਖਿਓ, ਜਵਾਬ ਦੇਣੇ ਪੈਣੇ ਨੇ ਗੁਰੂ ਗ੍ਰੰਥ ਸਾਹਿਬ ਚੋਂ ਜਿਹੜੀ ਤੁਸੀਂ ਗੱਲ ਕਹੀ ਆ ਭਾਈ ਮਰਦਾਨਾ ਜੀ ਨੂੰ। ਭਾਈ ਮਰਦਾਨਾ ਜੀ ਦੱਸ ਦੇਣੀ ਚਾਹੁੰਦੇ ਆ ਜੀ ਗੱਲ,
याद रखियो जे किसी नूं शक होवे ते साबित कर देंगे शब्द चों। साडा इतिहास शब्दां चों प्रगट होना, ना कि ग्रंथां चों। याद रखियो, ना कि किताबां चों। साडा इतिहास शब्द श्री गुरु, श्री गुरु अगे ग्रंथ। असी ग्रंथां नूं नहीं पढ़ना, असी श्री गुरु नूं पढ़ के गुरु दे अंदर जाना। शब्द गुरु सुरत धुन चेला, गुरु नानक साहब ने गल लिखी हुई है जी। जे जसप्रीत जी उद्दो के तुसीं ये गल कही आ, भाई मरदाना जी लालची बनाए तुसीं, इस करके तुहाडे ते कसवट्टी लगनी शुरू हो गई आ। एक हो रहा मेरा वीर बहुत बड़ा कथाकार है, लोग बड़े सुनते ने उन्होंने। उन्हें भी कुछ शराब की गल की इदा करके कि जदों मासी दे विच आउंदे आ फिर जिहड़े गायक हुंदे आ फिर इदा ना भाई मरदाना जी नूं एक एक शब्द दे नाल धो दूंगा धो। एक गल दस दिओ, गुरु नानक साहब इन्हां भगतां नूं इन्हां गरीबां नूं की कहिंदे ने? सुणिओ ध्यान दे नाल, जपजी साहब दी बाणी च, सही तुदनू गावण, सही तुदनू गावण जो तुद भावण, रत्ते तेरे भगत रसालै, होर केते गावण सेवा चित ना आवण, नानक क्या विचारै। तुसी कहने आ भाई मरदाना जी लालची होगा, या तो फिर गुरु नानक झूठ बोलदा या तुसी झूठ बोलदे आ, या तो फिर बाणी झूठी है या तुसी सच्चे हैं। जे बाणी सच्ची है तो तुसी झूठे हैं। भाई मरदाना जी लालची हो गया। फल ढिड दी भुख वास्ते किसी ने फल वध तोड़ लै घट तोड़ लै, पहली गल तो तेरे को गारंटी कोई नहीं। तू उदाहरण वो दी कि वह लंडन दे विच साखी जान के कहना लंडन दे विच साखी पई आ म्यूजियम दे विच। हुण किहड़ा लंडन जावे किहड़ी वो साखी पढ़े, तू बेशर्मा सानू दसदा। और होर भी याद रखी, मैं तेरिया वीडियो होर भी सुनिया हुई, जिहड़ा तू सिੱਖੀ इतिहास नूं 4 साहिबजादियां दे नाल होर उहदे नां दे 2 साहिबजादे होर प्रगट कर दिते ने कि बिल्कुल सेम नाम दे 2 साहिबजादे होर सी। सानू पता तू सिੱਖੀ नूं सिख इतिहास नूं कित्थे लैके जा रहा। मैं गुरु ग्रंथ साहिब दी बाणी तो कसवट्टी ला के पुछना, तेरा इतिहास तेरे वर्गे बहुत तुरे फिरदे ने इत्थे। सही तुदनू गावण जो तुद भावण, रत्ते तेरे भगत रसाले, होर केते गावण सेवा चित ना आवण, नानक क्या विचारे। इत्थे कक्के नूं औंकड़ लगा होया जपजी साहब च, 2 वारी कक्के नूं औंकड़ आया जपजी साहब च। ਇਹ ਦੱਸਣ ਦੀ ਕੋਸ਼ਿਸ਼ ਕਰ, ਬਾਹਰੋਂ ਗ੍ਰੰਥਾਂ ਨੂੰ ਪੜ੍ਹ ਕੇ ਸਾਨੂੰ ਨਾ ਸਮਝਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਲਾ ਕੇ ਫੇਰ ਇਤਿਹਾਸ ਨੂੰ ਮੰਨਣਾ ਆ। ਇਹ ਬਾਣੀ ਦੇ ਵਿੱਚ ਲਿਖਿਆ ਹੋਇਆ ਇਤਿਹਾਸ ਆ। ਜਦੋਂ ਮੇਰੇ ਸਤਿਗੁਰ 4 ਪੌੜੀਆਂ ਲਿਖਦੇ ਆ, ਤੈਨੂੰ ਸੁਣਾਉਣੀਆਂ ਨਹੀਂ ਆਉਂਦੀਆਂ, ਤੈਨੂੰ ਬਾਣੀ ਆਉਂਦੀ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਨਹੀਂ, ਤੂੰ ਪੜ੍ਹਿਆ ਆ, ਪਰ ਤੇਰੀ ਤਾਰ ਕਿਤੇ ਨਾ ਕਿਤੇ ਹੋਰ ਵੱਜਦੀ ਆ, ਤਾਂ ਤੂੰ ਸਾਨੂੰ बेवकूफ बना रहे हैं। जिन्होंने बनना बेवकूफ बनो, असी नहीं बनना। असी तो उस गुरु नानक दे चंडे हुए हैं जिहड़े कहिंदे ने, सुनिया सिद्ध पीर सुरनाथ, सुनिया धरत धवल आकाश, सुनिया दीप लोह पताल, सुनिया पोना सक्के काल, नानक भगता सदा विगास, सुनिया दुख पाप का नाश। असी उस गुरु नानक दे चंडे हुए हैं, ना कि समाधियां लाउण वाले गुरु नानक दे चंडे हुए हैं। सुनिया ईसर वर्मा इंद, सुनिया मुख सलाहन मंद, सुनिया जोग जुग तन भेद, सुनिया सा सत सिमरत वेद, नानक भगतां सदा विगास, सुनिया दुख पाप का नाश। ये सुखप्रीत जी उद्दो के ध्यान रखियो, असी उस गुरु नानक दे चंडे होया, ना कि समाधियां ला के जिहड़े गुरु नानक नूं भी अपने वर्गा बनाउणा चाहुंदे, असी उस गुरु नानक दे चंडे नहीं गए। बाणी लिखी हुई आ, बाणी चों जवाब देने पैणे आ। तुसीं भाई मरदाना जी नूं लालची बनाया। तैनू पता हैगा भाई मरदाना जी कौन आ? पता किद्दां सुणाउंदे आ फिर साध संगत जी कहानियां। भाई मरदाना जी रबाब लैण गए, सतगुर गुरु नानक साहब नूं सतगुर कहा रहा है भाई मरदाना जी को। एडे बेशर्म लोग ने। भाई मरदाना जी साडा बाबा मरदाना जी कौन है पता तैनू? मेरे सतगुर जी, सतगुर रविदास महाराज जी, कबीर साहब, नामदेव, सदना सैन, उन्हां दा एक जसना जथा सी जिहड़ा शब्द दे विच लिखिया होया, रजनी जथा जानत सब संसार। इन्हां दा जथा सी जिहड़ा प्रचार करदा सी जसा।
ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਪ੍ਰਚਾਰ ਕੀਤਾ। ਥਾਂ ਥਾਂ ਸਤਿਗੁਰੂ ਰਵਿਦਾਸ ਮਹਾਰਾਜ ਦੀਆਂ ਕਸਵੱਟੀਆਂ ਮਿਲਦੀਆਂ ਨੇ, ਥਾਂ ਥਾਂ ਕਹਾਣੀਆਂ ਮਿਲਦੀਆਂ ਨੇ। ਇੱਥੇ ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਏ, ਮੰਦਿਰ ਮਿਲਦੇ ਨੇ ਉਹਨਾਂ ਦੇ, ਗੁਰਦੁਆਰੇ ਮਿਲਦੇ ਨੇ। ਪ੍ਰਚਾਰ ਕੀਤਾ ਹੋਇਆ ਉਹਨਾਂ ਨੇ, ਉਹਨਾਂ ਦਾ ਪ੍ਰਚਾਰ ਬੋਲਦਾ ਆ। ਤੇ ਭਾਈ ਮਰਦਾਨਾ ਜੀ ਪਹਿਲਾਂ ਹੀ ਜਾਣਦੇ ਸੀ ਇਸ ਰਜਨੀ ਜਥੇ ਨੂੰ। ਭਾਈ ਮਰਦਾਨਾ ਜੀ ਪਹਿਲਾਂ ਹੀ ਰਾਗ ਵਜਾਉਣ ਜਾਣਦੇ ਸੀ, ਪਹਿਲਾਂ ਹੀ ਪੰਜਾਬੀ ਜਾਣਦੇ ਸੀ। ਸੁਖਪ੍ਰੀਤ ਜੀ ਉਦੋਂ ਕੇ ਧਿਆਨ ਨਾਲ ਸੁਣ ਲਾ। ਭਾਈ ਮਰਦਾਨਾ ਜੀ ਸੁਖਪ੍ਰੀਤ ਉਦੋਂ ਕੇ ਧਿਆਨ ਸੁਣੋ ਧਿਆਨ ਨਾਲ। ਉਹ ਪਹਿਲਾਂ ਹੀ ਸਤਿਗੁਰ ਜੀ ਨੂੰ, ਕਬੀਰ ਸਾਹਿਬ ਨੂੰ, ਨਾਮਦੇਵ ਜੀ ਨੂੰ, ਸਦਨਾ ਜੀ ਨੂੰ, ਸੈਨ ਜੀ ਨੂੰ ਸਾਰੇ ਭਾਈ ਮਰਦਾਨਾ ਜੀ ਪਹਿਲਾਂ ਜਾਣਦੇ ਸੀ। ਉਹ ਰਾਗ ਵਜਾਉਣ ਜਾਣਦੇ ਸੀ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਗੁਰਮੁਖੀ ਭਾਸ਼ਾ ਉਹਨੂੰ ਪੜ੍ਹਦੇ ਸੀ ਭਾਈ ਮਰਦਾਨਾ ਜੀ। ਸੁਖਪ੍ਰੀਤ ਜੀ ਉਦੋਂ ਕੇ ਧਿਆਨ ਕਰਿਓ। ਤੇ ਤੁਸੀਂ ਪਤਾ ਕੀ ਕਹਿੰਦੇ, ਭਾਈ ਮਰਦਾਨਾ ਜੀ ਤਾਂ ਬਸ ਇਦਾਂ ਮਿਲੇ ਸੀਗੇ, ਬਸ ਇਦਾਂ ਸਾਈਡ ਤੇ ਬੈਠੇ ਸੀਗੇ। ਉੱਥੇ ਪੁੱਛਿਆ ਵੀ ਬੜਾ ਸੋਹਣਾ ਗਾਉਣਾ ਆ। ਗੁਰੂ ਨਾਨਕ ਸਾਹਿਬ ਨੇ ਜਾ ਕੇ ਪੁੱਛਿਆ। ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਨੂੰ ਮਨਾਉਣ ਵਾਲੇ ਮੇਰੇ ਸਤਿਗੁਰ ਨੇ, ਜਿਹੜਾ ਰਜਨੀ ਜਥਾ ਜਨਤ ਸਭ ਸੰਸਾਰ, ਸਾਰੀ ਦੁਨੀਆ ਜਾਣਦੀ ਸੀ ਉਹਨਾਂ ਨੂੰ, ਸਾਰਾ ਸੰਸਾਰ ਜਾਣਦਾ ਸੀ। ਪ੍ਰਚਾਰ ਕੀਤਾ ਹੋਇਆ ਉਹਨਾਂ ਨੇ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਸ਼ਬਦ ਆ, ਕੋਲੋਂ ਨਹੀਂ ਕਹਿ ਰਿਹਾ। ਤੁਹਾਡੇ ਵਾਂਗੂ ਵੇਦਾਂ ਦੀ ਵਿਚਾਰ ਨਹੀਂ ਲੈ ਕੇ ਆਉਂਦਾ ਮੈਂ, ਤੁਹਾਡੇ ਵਾਂਗੂ ਗ੍ਰੰਥਾਂ ਦੀ ਵਿਚਾਰ ਨਹੀਂ ਲੈ ਕੇ ਆਉਂਦਾ। ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਨੂੰ ਸਮਝਦਾ ਤਾਂ ਸਰ ਦੱਸਦਾ ਮੈਂ। ਤੁਸੀਂ ਜਿਹੜਾ ਭਾਈ ਮਰਦਾਨਾ ਜੀ ਤੇ ਦੋਸ਼ ਲਾਇਆ ਨਾ ਕਿ ਲਾਲਚੀ ਸੀ, ਤੁਹਾਡੇ ਵਰਗੇ ਲੋਕਾਂ ਨੂੰ ਯਾਦ ਰੱਖ ਲਿਓ, ਤੁਹਾਡੇ ਵਰਗੇ ਲੋਕਾਂ ਨੂੰ ਮੈਂ ਧੋਊਂਗਾ ਜ਼ਰੂਰ। ਦੇ ਸਾਬੁਣ ਲਈਏ ਉਹ ਧੋਏ, ਕੱਪੜਾ ਤਾਂ ਧੋਤਾ ਜਾਂਦਾ ਕਾਹਦੇ ਨਾਲ? ਸਾਬਣ ਦੇ ਨਾਲ। ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਨਹੀਂ ਕਹਿੰਦਾ। ਦੇ ਸਾਬੁਣ ਲਈਏ ਉਹ ਧੋਏ, ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੇ ਨਾ ਵੇਖੈ ਰੰਗ। ਤਾਂ ਤੁਹਾਡੇ ਵਰਗੇ ਲੋਕਾਂ ਨੂੰ ਧੋਣ ਵਾਸਤੇ ਤੇ ਸਤਿਗੁਰ ਜੀ ਆਪ ਪ੍ਰਗਟ ਹੋ ਜਾਂਦੇ ਨੇ ਕਿਸੇ ਨਾ ਕਿਸੇ ਚੋਂ। ਸਹਿ ਭੰਗ ਆਪਣੇ ਆਪ ਪ੍ਰਗਟ ਹੋ ਜਾਂਦੇ ਆ, ਆਪਣੇ ਆਪ ਗੁਰੂ ਗਿਆਨ ਦੀ ਮੂਰਤ ਖੜੀ ਕਰਦੇ ਨੇ ਤੁਹਾਡੇ ਵਰਗੇ ਲੋਕਾਂ ਦੇ, ਜਿਹੜੇ ਲੋਕ ਲਾਲਚੀ ਬਣ ਕੇ ਲੋਕਾਂ ਨੂੰ ਗੇੜੇ 'ਚ ਲਿਆ ਕੇ ਇਤਿਹਾਸ ਕੁਝ ਹੋਰ ਸੁਣਾਉਂਦੇ ਨੇ। ਧੋਵਾਂਗੇ, ਧੋ ਕੇ ਦੱਸਾਂਗੇ ਤੁਹਾਨੂੰ। ਤੁਹਾਡਾ ਮਾਈਂਡ ਜਿਹੜਾ ਨਾ ਗੰਦਾ ਹੋਇਆ ਆ, ਲਾਲਚੀ ਹੋ ਗਿਆ ਤੁਸੀਂ ਬਾਣੀ ਤੋਂ। ਕਸਵੱਟੀ ਲੱਗਣੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ। ਆ ਧਿਆਨ ਕਰਿਓ, ਜਿਹੜੇ ਲੋਕ ਨਾ ਆਪਣੇ ਆਪ ਨੂੰ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਨੂੰ ਮਨਾਉਣ ਵਾਲੇ ਰਜਨੀ ਜਥਾ ਜਾਣਤ ਸਭ ਸੰਸਾਰ, ਸਾਰੀ ਦੁਨੀਆ ਜਾਣਦੀ ਸੀ ਉਹ ਜਥੇ ਨੂੰ। ਉਹਨਾਂ ਨੇ ਪ੍ਰਚਾਰ ਕੀਤਾ ਹੋਇਆ। ਕਬੀਰ ਸਾਹਿਬ, ਨਾਮਦੇਵ, ਸਦਨਾ, ਸੈਨ, ਤਰਲੋਚਨ ਜੀ ਇਕੱਠੇ ਹੋ ਕੇ ਪ੍ਰਚਾਰਕ ਸੀ ਬਹੁਤ ਵੱਡੇ। ਉਹਨਾਂ ਨੇ ਪ੍ਰਚਾਰ ਕੀਤਾ ਸਾਰੇ ਭਾਰਤ ਦੇ ਵਿੱਚ। ਤਾਂ ਪਰ ਉਹਨਾਂ ਨੂੰ ਭਾਈ ਮਰਦਾਨਾ ਜੀ ਪਹਿਲਾਂ ਜਾਣਦੇ ਸੀ। ਰਾਗ ਵਜਾਉਂਦੇ ਸੀ, ਵਿਜੋਗ ਦੇ ਵਿੱਚ ਗਰੀਬਾਂ ਦੇ ਦੁੱਖ ਵਜਾਉਂਦੇ ਸੀ। ਮਾਲਕਾ, ਅਸੀਂ ਵੀ ਇਸ ਦੁਨੀਆ ਦੇ ਵਿੱਚ ਆਏ, ਅਸੀਂ ਕਿਉਂ ਗਰੀਬ, ਇਹ ਕਿਉਂ ਅਮੀਰ? कि असी अज तक गरीबां दी इन गरीब सीखन को दूं पातशाही। मेरे दशमेश पिता जी अपना परिवार वार गए, अपना बाप वारिया, माता जी माता गुजरी जी अपना आप कुर्बान कर गए इन्हां गरीबां तो। पर वो गरीब तां अज भी भुखे मरदे ने, वो गरीब तां अज भी एजुकेशन तो वांझे ने। कित्थे ने गुरु ग्रंथ साहिब जी नूं मनण वाले हो? एक पिता एक इसके हम वारस, एक कसवट्टी लगनी ने गुरु ग्रंथ साहिब जी दी। ध्यान करियो। भौ मुच भार बड़ा तोल। ये लोग लोकां नूं बेवकूफ बनाउण वास्ते गुरु नानक साहब कह रहे हैं, बाणी गुरु नानक साहब दी आ। अंक नंबर भी ध्यान नाल सुन लो। 151 नंबर अंक आ। महाराज लिखते ने अपने हत्थां नाल। महाराज कहंदे भौ मुच भार बड़ा तोल। असी बेवकूफ नहीं है तुम वड्डियां वड्डियां गप्पां साडे सामने मारोगे ना। असी गुरु ग्रंथ साहब जी नूं पढ़दे हां। महाराज कहते भौ मुच बड़ा तोल। अगे कहते मन मत जिहड़ी अपनी मान मत करते ने, वो फिर की करते ने? महाराज कहते हौली बोले बोल, हौली हौली बोलते ने। फिर बाबा जी तुहाडे वर्गे फिर बड़े ही हौली। याद रख लियो, सानू ना हौली बोलना आउंदा, ना असीं बोलदा। असीं तां रौली पाउण वाले चों आ, असीं तां हर करन वाले लोग आ। हाँ याद रखियो। अगे की कहते महाराज? सिर धर। आ ध्यान नाल सुनियो हुण। सिर धर, सिर ते धरिया होया की? सिर धर चलिए सही भार। सिर ते भार रखिया होया किहनां दा? पैसे लई जांदे आ
ਤੇ ਸਿਰ ਤੇ ਭਾਰ ਵੇਦਾਂ ਦਾ ਰੱਖਿਆ ਹੋਇਆ ਆ, ਸਿਰ ਤੇ ਭਾਰ ਕਿਤਾਬਾਂ ਦਾ ਰੱਖਿਆ ਹੋਇਆ ਆ, ਉਹ ਤੁਸੀਂ ਸਾਡੇ ਦੀ ਸਿਰ ਤੇ ਧਰੀ ਜਾਂਦੇ ਆ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਡਾ ਇਤਿਹਾਸ ਲਿਖਿਆ ਹੋਇਆ ਕਸਵੱਟੀ 1430 ਅੰਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ। ਇਹ ਇਸੇ ਕਰਕੇ ਲਿਖੇ ਸੀ ਵੀ ਇਤਿਹਾਸ ਲੱਭ ਲੈਣਗੇ। ਅੱਛਾ ਅੱਗੇ ਕੀ ਕਹਿੰਦੇ ਮਹਾਰਾਜ? ਮਹਾਰਾਜ ਕਹਿੰਦੇ ਵੀ ਸਿਰ ਤੇ ਭਾਰ ਰੱਖ ਕੇ ਸਾਡੇ ਵੀ ਸਿਰ ਤੇ ਤੁਸੀਂ ਇਤਿਹਾਸ ਕਿਤਾਬਾਂ ਚੋਂ ਲਿਆ ਕੇ ਵੇਦਾਂ ਨੂੰ ਪੜ੍ਹ ਕੇ ਸਾਡੇ ਤੇ ਰੱਖੀ ਜਾਂਦੇ ਆ। ਅਸੀਂ ਨਹੀਂ ਸੁਣਨਾ। ਅੱਗੇ ਸੁਣੋ, ਮਹਾਰਾਜ ਕਹਿੰਦੇ ਨਦਰੀ ਕਰਮੀ। ਹੁਣ ਯਾਦ ਰੱਖਿਓ, ਨਦਰਾਂ ਸਾਡੀਆਂ ਅੱਖਾਂ ਇਹ ਨਾ, ਅੱਖਾਂ ਨਾਲ ਦੇਖਦੇ ਆਂ। ਨਦਰੀ ਕਰਮੀ ਗੁਰ ਵਿਚਾਰ। ਇੱਥੇ ਵਾਵੇ ਨਾਲ ਨਹੀਂ ਵਿਚਾਰ ਲਿਖੀ ਹੋਈ, ਬੱਬੇ ਨਾਲ ਲਿਖੀ ਹੋਈ, ਬੱਬੇ ਨਾਲ ਬਾਣੀ। ਨਦਰੀ ਕਰਮੀ ਗੁਰ ਵਿਚਾਰ। ਅਸੀਂ ਗੁਰ ਦੀ ਵਿਚਾਰ ਦੇ ਨਾਲ ਜਿਹੜਾ ਤੁਸੀਂ ਸਾਨੂੰ ਸੁਣਾਉਂਦੇ ਆ ਅਸੀਂ ਉਹਨਾਂ ਸਮਝਣਾ, ਨਾ ਕਿ ਅਸੀਂ ਤੁਹਾਡੇ ਵੇਦਾਂ ਨੂੰ ਸਮਝਣਾ, ਨਾ ਕਿ ਤੁਹਾਡੀਆਂ ਕਿਤਾਬਾਂ ਨੂੰ ਸਮਝਣਾ। ਨਾ 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 ਨਾ। ਜਸਪ੍ਰੀਤ ਉਦੋਗੇ ਜੀ ਧਿਆਨ ਸੁਣਿਓ, ਤੁਸੀਂ ਬਾਬਾ ਮਰਦਾਨਾ ਜੀ ਨੂੰ ਲਾਲਚੀ ਬਣਾਇਆ। ਜਿਹੜਾ ਬਾਬਾ ਮਰਦਾਨਾ ਜੀ ਨੂੰ, ਸਤਿਗੁਰ ਮਰਦਾਨਾ ਜੀ ਨੂੰ ਲਾਲਚੀ ਬਣਾਉਣ ਦੀ ਕੋਸ਼ਿਸ਼ ਕਰੂਗਾ, ਮੇਰੇ ਮਨ ਦੇ ਵਿੱਚ, ਧਿਆਨ ਕਰਿਓ, ਮੈਨੂੰ ਨਹੀਂ ਪਤਾ ਕਿਸੇ ਦਾ, ਮੇਰੇ ਮਨ ਦੇ ਵਿੱਚ ਜੋ ਸਤਿਗੁਰ ਦਾਸ ਮਹਾਰਾਜ ਜੀ ਇੱਜ਼ਤ ਆ ਉਹੋ ਹੀ ਸਤਿਗੁਰ ਮਰਦਾਨਾ ਜੀ ਦੀ ਇੱਜ਼ਤ ਆ। ਜੋ ਗੁਰੂ ਨਾਨਕ ਸਾਹਿਬ ਦੀ ਇੱਜ਼ਤ ਆ ਮੇਰੇ ਮਨ 'ਚ ਉਹੀ ਆ। ਪਰ ਤੁਸੀਂ ਲੋਕ ਗਰੀਬ ਨੂੰ ਲਾਲਚੀ ਬਾਰ-ਬਾਰ, ਯਾਰ ਤੁਹਾਨੂੰ ਯਾਰ ਸ਼ਰਮ ਨਹੀਂ ਆਉਂਦੀ ਥੋੜੀ ਵਾਲੀ ਵੀ? ਕਿ ਸਿੱਖੀ ਚਲਾਉਣ ਵਾਲੇ ਜਿਨ੍ਹਾਂ ਨੂੰ ਤੁਸੀਂ ਭੁੱਖੇ ਲਿਖ ਦਿੱਤਾ ਕਿਤਾਬਾਂ ਦੇ ਵਿੱਚ, ਤੁਸੀਂ ਆਪਣੇ ਆਪ ਨੂੰ ਸਿਰ ਤੇ ਪੱਗਾ ਬੰਨ੍ਹ ਕੇ ਤੇ ਕਿਹਨੇ ਪੁੱਛਣਾ ਸੀ ਉਹਨਾਂ ਨੂੰ ਬਈ ਆਹ ਕਿਤਾਬਾਂ ਦੇ ਵਿੱਚ ਛਾਪ ਦਿੱਤਾ, ਕਿਹਨੇ ਛਾਪਿਆ? ਹਿੰਮਤ ਕੀਤੀ ਪੁੱਛਣ ਦੀ? ਤੁਸੀਂ ਨਹੀਂ ਕੀਤੀ। ਪਰ ਹੁਣ ਨਹੀਂ ਚੱਲਣਾ, ਬਹੁਤ ਹੋ ਗਿਆ ਯਾਰ। ਅਸੀਂ ਨਹੀਂ ਹੁਣ ਸੁਣਨਾ, ਨਾ ਸਾਡੇ ਬੱਚੇ ਸੁਣਨਗੇ ਤੁਹਾਡੇ ਤੋਂ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਮੰਨਣਾ। ਅੱਗੇ ਸੁਣੋ, ਭੈ ਬਿਨ ਕੋਈ ਨਾ ਲੰਘੇ ਪਾਰ। ਭੈ ਹੋਣਾ ਚਾਹੀਦਾ, ਉਹਦੇ ਭੈ ਤੋਂ ਬਿਨਾਂ ਜੇ ਅਸੀਂ ਵਿਚਾਰ ਕਰ ਲਈਏ ਭੈ ਕਿਹਦਾ ਹੋਣਾ ਚਾਹੀਦਾ? ਭਾਈ ਮਰਦਾਨਾ ਜੀ ਜਦੋਂ ਬਾਬਾ ਸਤਿਗੁਰ ਮਰਦਾਨਾ ਜੀ ਜਦੋਂ ਰਬਾਬ ਵਜਾਉਂਦੇ ਸੀ ਨਾ, ਆਪਣੇ ਦੁੱਖ ਵਜਾਉਂਦੇ ਸੀ ਗਰੀਬਾਂ ਨੂੰ, ਬਈ ਅਸੀਂ ਯਾਰ ਇਦਾਂ ਦੇ ਮਰ ਜਾਵਾਂਗੇ। ਤੇ ਗੁਰੂ ਨਾਨਕ ਸਾਹਿਬ ਦੇ ਅੰਦਰ ਕੀ ਆਉਂਦਾ ਸੀ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੇਦਾਂ ਨੂੰ ਪੜ੍ਹਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਉੱਥੇ ਪੈਦਾ ਹੋਏ ਸੀ ਜਨੇਊ ਪਾਉਣ ਵਾਲਿਆਂ 'ਚ। ਉਹਨਾਂ ਨੇ ਵੇਦਾਂ ਨੂੰ ਪੜ੍ਹਿਆ ਹੋਇਆ ਸੀ ਤੇ ਗੁਰੂ ਨਾਨਕ ਸਾਹਿਬ ਦੇ ਦਿਮਾਗ 'ਚ ਆਉਂਦੀ ਸੀ ਬਈ ਯਾਰ ਐਡਾ ਕੂੜ ਇਹਨਾਂ ਨੇ ਵਰਤਿਆ ਹੋਇਆ, ਮਨੁੱਖਾਂ ਦੇ ਉੱਤੇ ਗੁਲਾਮੀ ਪਾਈ ਜਾਂਦੇ ਨੇ ਲੋਕ। ਤੇ ਗੁਰੂ ਨਾਨਕ ਸਾਹਿਬ ਫਿਰ ਕੀ ਕਰਦੇ ਸੀ? ਫਿਰ ਬਾਣੀ ਸੁਣਾਉਂਦੇ ਸੀ। ਉਹਨਾਂ ਦੇ ਕਿੱਥੋਂ ਆਉਂਦੀ ਸੀ ਬਾਣੀ? ਇੱਥੋਂ। ਐਵੇਂ ਤਾਂ ਨਹੀਂ ਕਿ ਧੁਰ ਕੀ ਬਾਣੀ ਆਈ, ਆਤਮਾ ਤੋਂ ਸੁਣਾਉਂਦੇ ਸੀ, ਆਤਮਾ ਤੋਂ। ਭਾਈ ਮਰਦਾਨਾ ਜੀ ਆਤਮਾ ਤੋਂ ਪਹਿਲਾਂ ਬਾਣੀ ਸੁਣਾਉਂਦੇ ਸੀ ਤੇ ਗੁਰੂ ਨਾਨਕ ਸਾਹਿਬ ਉਸ ਬਾਣੀ ਦੀ ਵਿਆਖਿਆ ਕਰਦੇ ਸੀ। ਇਹ 40 ਸ਼ਬਦਾਂ ਦੀ ਸਤਿਗੁਰ 52 ਅਖਰੀ ਕਬੀਰ ਸਾਹਿਬ ਨੇ ਲਿਖੀ ਹੋਈ, ਉਹਦੀ ਵਿਆਖਿਆ ਕੀਤੀ ਹੋਈ ਆ ਗੁਰੂ ਗ੍ਰੰਥ ਸਾਹਿਬ 'ਚ। ਜੇ ਕਿਸੇ ਨੂੰ ਸ਼ੱਕ ਹੋਵੇ, ਜਦੋਂ ਮਰਜੀ ਸਾਧ ਸੰਗਤ ਜੀ ਇਹ ਦਾਸ ਚਰਨਾਂ ਦੀ ਧੂੜ ਆ, ਹਾਜ਼ਰ ਆ। ਜਦੋਂ ਦਿਲ ਕਰਦਾ, ਜਦੋਂ ਵੀ ਕਿਸੇ ਦਾ ਦਿਲ ਕਰਦਾ ਆਣ ਕੇ ਵਿਚਾਰਾਂ ਕਰ ਸਕਦੇ। ਹਾਂ, ਭਾਈ ਬਣ ਕੇ ਆਵੇ, ਹੰਕਾਰੀ ਬਣ ਕੇ ਨਾ ਆਵੇ। ਜੇ ਹੰਕਾਰੀ ਬਣ ਕੇ ਆਇਆ ਤਾਂ ਮੇਰੇ ਕੋਲ ਸ਼ਬਦ ਬੜੇ ਗੁਰੂ ਗ੍ਰੰਥ ਸਾਹਿਬ 'ਚ ਬੜੇ ਔਰੇ ਆ। ਮੈਂ ਸਵਾਲ ਪੁੱਛ ਲੈਣਾ, ਕਿੱਥੇ ਆ ਉਹ ਸ਼ਬਦ ਜਿਹੜਾ ਗੁਰੂ ਨਾਨਕ ਸਾਹਿਬ ਨੇ ਲਿਖਿਆ? ਤੁਸੀਂ ਕਿਉਂ ਨਹੀਂ ਸੁਣਾਇਆ? ਮੈਂ ਸਵਾਲ ਪੁੱਛਣੇ ਨੇ। ਪਹਿਲਾ ਮੇਰਾ ਸਵਾਲ ਹੈ, ਬਾਣੀ ਲਿਖਣ ਦੀ ਲੋੜ ਕਿਉਂ ਪਈ? ਦੂਜਾ ਮੇਰਾ ਸਵਾਲ, ਕਿੱਥੇ ਆ ਸਵਾਲ? ਜੋ ਤੋ ਪ੍ਰੇਮ ਖੇਡਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਕਿੱਥੇ ਆਓ ਸ਼ਬਦ? ਕੀ ਲਾਗੂ ਕੀਤਾ? ਤੁਸੀਂ ਗਰੀਬਾਂ ਨੂੰ ਦਤਕਾਰਿਆ। ਤੁਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹ ਸਕਦੇ, ਚਵਾਰ ਚੂੜੇ ਦਤਕਾਰਿਆ, ਅੱਜ ਵੀ ਦਤਕਾਰ ਰਹੇ ਆ। ਪਰ ਅਸੀਂ ਨਹੀਂ ਹੁਣ ਮੰਨਾਂਗੇ। ਸਾਡਾ ਇਹ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਪੂਰੀ ਮਨੁੱਖਤਾ ਦਾ ਆ। ਇਹਨੂੰ ਹਿੰਦੂ ਵੀ ਪੜ੍ਹ ਸਕਦਾ, ਇਹਨੂੰ ਮੁਸਲਮਾਨ ਵੀ ਪੜ੍ਹ ਸਕਦਾ, ਠੀਕ ਹੈ ਜੀ। ਇਹਨੂੰ ਕ੍ਰਿਸਚਨ ਵੀ ਪੜ੍ਹ ਸਕਦਾ, ਇਹਨੂੰ ਬੁੱਧੀ ਵੀ ਪੜ੍ਹ ਸਕਦਾ, ਠੀਕ ਹੈ। ਦੇਖੋ ਆਪੋ ਆਪਣੀ ਵਿਚਾਰ ਆ। ਦੇਖੋ ਧਿਆਨ ਕਰੋ, ਇਹਨੂੰ ਸਾਰੇ ਜਦੋਂ ਪੜ੍ਹਨਗੇ ਆਪੋ ਆਪਣੇ ਧਰਮਾਂ ਦੇ, ਕੋਈ ਬੰਦਾ ਕੋਈ ਗੀਤਾ ਨੂੰ ਪੜ੍ਹਦਾ ਆ, ਉਹ ਗੀਤਾ ਦੇ ਵਿੱਚ ਕੀ ਲਿਖਿਆ ਹੋਇਆ, ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ, ਉਹ ਤੇ ਕੀ ਕਰੇ, ਆਪਣੇ ਮਾਈਂਡ ਦੇ ਨਾਲ ਸੋਚੇ ਯਾਰ ਗੀਤਾ 'ਚ ਆਹ ਲਿਖਿਆ, ਗੁਰੂ ਗ੍ਰੰਥ ਸਾਹਿਬ ਕਿੱਦਾਂ ਸਮਝਾਉਂਦੇ ਆ। ਇਹ ਮਨੁੱਖਤਾ ਤੇ ਭਾਈਚਾਰੇ ਦਾ ਇਕੱਠਾ ਹੋਣ ਦਾ ਕੀ ਆ, ਸਾਡੇ ਕੋਲ ਮੂਲ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੁਸੀਂ ਆਪਣਾ ਮੂਲ ਖੁਦ ਪਛਾਣਨਾ। ਭਾਈ ਸੁਖਪ੍ਰੀਤ ਜੀ ਉਦੋਂ ਕੇ ਯਾਦ ਰੱਖਿਓ। ਫਿਰ ਮੈਂ ਕਹਿ ਦਿੰਦਾ ਕਿ ਤੁਸੀਂ ਭਾਈ ਮਰਦਾਨਾ ਜੀ ਨੂੰ ਲਾਲਚੀ ਬਣਾਇਆ। ਇਸ ਕਰਕੇ ਮੇਰੇ ਜਿੰਨੇ ਵੀਰ ਸੁਣਦੇ ਨੇ, ਇਹਨੂੰ ਸਵਾਲ ਪੁੱਛੋ ਜਿੱਥੇ ਆਉਂਦਾ, ਇਹਨੂੰ ਸਵਾਲ ਪੁੱਛਣਾ ਸ਼ੁਰੂ ਕਰੋ ਬਈ ਭਾਈ ਸਾਹਿਬ ਜਿਹੜੀ ਤੁਸੀਂ ਸਾਖੀ ਦੀ ਇੰਗਲੈਂਡ 'ਚ ਸਾਖੀ ਪਈ ਆ, ਕਿ ਤੁਸੀਂ ਉਹਦਾ ਸਾਨੂੰ ਪੰਨਾ ਨੰਬਰ ਲਿਆ ਕੇ ਦਿਓ।
फोटो खिंच के लैके आओ। जे किसी ने साखी लिखी आ असी किद्दां साबित कर लईए? हो सकदा तेरे वर्गा मत होवे ओहदी, तू गुरु ग्रंथ साहिब जी पढ़िया होया, गुरु ग्रंथ साहिब नूं पढ़िया होया, तैनूं सुणाउण लगे नूं शर्म नहीं आई भी मैं साखी गुरु ग्रंथ साहिब ढुकदी या नहीं ढुकदी? तू कम से कम यार इन्ना तो सोच लैंदा भी मैं जी साखी सुणाउण लगा भाई मर्दाना जी नूं लालची बनाया होया, तुसीं उदाहरण भी देनी आ, तुसीं गरीबां नूं लालची बना के उदाहरण दे रहे आ। सोचिया नहीं, तेरे दिमाग 'च नहीं आई करी भी? तू अपने आप नूं इतिहासकार समझदा आ। ਜਿਹੜੇ ਇਤਿਹਾਸਕਾਰ ਹੁੰਦੇ ਆ ਉਹ ਤਾਂ ਇੱਕ ਇੱਕ ਸ਼ਬਦ ਦੇ ਉੱਤੇ ਅਧਿਐਨ ਕਰਦੇ ਨੇ, ਇੱਕ ਇੱਕ ਸ਼ਬਦ ਨੂੰ ਸਮਝਦੇ ਨੇ। ਪਰ ਤੂੰ ਕੀ ਕੀਤਾ? ਤੂੰ ਸਿੱਧਾ ਭਾਈ ਮਰਦਾਨਾ ਜੀ ਨੂੰ ਲਾਲਚੀ ਬਣਾਤਾ, ਬਾਬਾ ਮਰਦਾਨਾ ਜੀ ਨੂੰ ਲਾਲਚੀ ਬਣਾਤਾ, ਸਤਿਗੁਰ ਮਰਦਾਨਾ ਜੀ ਨੂੰ ਲਾਲਚੀ ਬਣਾਤਾ। ਤੇ ਗੁਰੂ ਨਾਨਕ ਤਾਂ ਸਾਰੀ ਜ਼ਿੰਦਗੀ ਦਾਸ ਬਣਿਆ ਰਿਹਾ ਇਹਨਾਂ ਦਾ। ਬਾਣੀ 'ਚ ਆਪਣੇ ਹੱਥਾਂ ਨਾਲ ਲਿਖ ਕੇ ਗਏ ਆ ਵੀ ਮੇਰੀ ਕੋਈ ਜ਼ਰੂਰਤ ਨਹੀਂ ਸੀ, ਮੈਂ ਕੁਝ ਕਰ ਸਕਦਾ, ਪਰ ਜੋ ਵੀ ਮੈਨੂੰ ਦਿੱਤਾ ਕੌਣ ਸੀ? ਸਹੀ ਤੁਧ ਨੂੰ ਗਾਵਣ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਤੇਰੇ ਰੰਗ ਵਿੱਚ ਰੰਗੇ ਹੋਏ, ਤੇਰੇ ਰੰਗ ਵਿੱਚ ਰੰਗੇ ਹੋਏ ਇਸ ਮਨੁੱਖਤਾ ਦੇ ਭਾਈਚਾਰੇ ਨੂੰ ਉਜਲਾ ਕਰਨ ਵਾਸਤੇ ਉਹਨਾਂ ਨੇ ਬਾਣੀ ਲਿਖੀ ਆ। ਪਰ ਤੁਸੀਂ ਉਹਨਾਂ ਨੂੰ ਲਾਲਚੀ ਬਣਾ ਰਹੇ ਆ। ਕੋਈ ਭੁੱਖੇ ਬਣਾ ਰਿਹਾ ਯਾਰ, ਕੋਈ ਲਾਲਚੀ ਬਣਾ ਰਿਹਾ। ਜਿਹੜਾ ਕਿਹੜਾ ਦੇਖ ਲਓ ਭਗਤਾਂ ਤੇ ਆ ਗਏ ਉਹੀ ਟੁੱਕ ਜਾਂਦੇ ਤੁਸੀਂ। ਤੁਹਾਨੂੰ ਹੋਰ ਬੰਦੇ ਨਹੀਂ ਦੇ, ਤੁਹਾਨੂੰ ਹੋਰ ਨਹੀਂ ਲੱਭਦਾ ਕੋਈ। ਤੁਸੀਂ ਜਾਣ ਕੇ ਇਹਨਾਂ ਨੂੰ ਵੀ ਇੱਦਾਂ ਕਰਨੀ ਆ, ਕਿਉਂਕਿ ਤੁਹਾਡਾ ਕਸੂਰ ਨਹੀਂ, ਕਿਉਂਕਿ ਤੁਸੀਂ ਕਿਹਨੂੰ ਪੜ੍ਹਦੇ ਆ? ਤੁਸੀਂ ਵੇਦਾਂ ਨੂੰ ਪੜ੍ਹਦੇ ਆ, ਕਿਤਾਬਾਂ ਨੂੰ ਪੜ੍ਹਦੇ ਆ ਤੇ ਗ੍ਰੰਥਾਂ ਨੂੰ ਪੜ੍ਹਦੇ ਆ। ਅਸੀਂ ਸਿਰਫ ਸ਼ਬਦ ਗੁਰੂ ਨੂੰ ਪੜ੍ਹਦੇ ਆ, ਤਾਂ ਸਾਨੂੰ ਪਤਾ ਲੱਗਦਾ ਕਿ ਭਾਈ ਮਰਦਾਨਾ ਜੀ ਲਾਲਚੀ ਨਹੀਂ ਸੀ, ਸਾਡੇ ਸਤਿਗੁਰ ਸੀ। ਤੁਹਾਨੂੰ ਤਾਂ ਭੁੱਖੇ ਦੀਦੇ ਆ ਜਿਨ੍ਹਾਂ ਨੇ ਸੱਚਾ ਸੌਦਾ ਕੀਤਾ, ਤੁਹਾਨੂੰ ਤਾਂ ਭੁੱਖੇ ਦਿੱਤੇ। ਤੁਸੀਂ ਕਿਤਾਬਾਂ ਨੂੰ ਪੜ੍ਹਦੇ ਆ, ਗ੍ਰੰਥਾਂ ਨੂੰ ਪੜ੍ਹਦੇ ਆ, ਵੇਦਾਂ ਨੂੰ ਪੜ੍ਹਦੇ ਆ, ਤੁਹਾਨੂੰ ਤਾਂ ਭੁੱਖੇ ਲੱਗਦੇ ਆ। ਪਰ ਸਾਨੂੰ ਤਾਂ ਉਹ ਸਤਿਗੁਰ ਲੱਗਦੇ ਆ ਕਿਉਂਕਿ ਅਸੀਂ ਸ਼ਬਦ ਨੂੰ ਪੜ੍ਹਦੇ ਆ। ਤੁਹਾਡੇ ਤਾਂ ਸਾਡੇ 'ਚ ਫਰਕ ਇਹੋ ਹੀ ਆ ਬਸ। ਸਾਸੰਗ ਜੀ ਵੀਡੀਓ ਲੰਬੀ ਨਾ ਕਰਾਂ। ਗੁਰੂ ਨਾਨਕ ਸਾਹਿਬ ਕਹਿੰਦੇ ਆ ਜੋ ਮੁੱਚ ਭਾਰ ਵੱਡਾ ਤੋਲ। ਆਪਣੇ ਆਪ ਨੂੰ ਇਦਾਂ ਸਮਝਦਾ ਵੀ ਉਹਨਾਂ ਨੂੰ ਪਤਾ ਨਹੀਂ ਲੱਗਣਾ। ਆਪਣੇ ਵੱਡਾ ਤੋਲਦਾ, ਫਿਰ ਝੂਠ ਬੋਲਦਾ ਬਹੁਤ ਵੱਡਾ ਬਣਾ ਕੇ, ਜਿੱਦਾਂ ਕੰਨਾਂ ਦੀ ਮੈਲ ਤੋਂ ਬੱਚੇ ਪੈਦਾ ਕਰਦੇ ਹੁੰਦੇ ਸੀ। ਕਿਤਾਬਾਂ ਦੇ ਵਿੱਚ ਹੋਏ ਆ, ਵੇਦਾਂ ਦੇ ਵਿੱਚ ਲਿਖੇ ਗਏ ਆ, ਪੜ੍ਹਿਓ। ਅਸੀਂ ਨਹੀਂ ਲਿਖੇ ਹੋ, ਮੇਰੇ ਸਤਿਗੁਰ ਜੀ ਕਹਿੰਦੇ ਨੇ, ਬਾਣੀ 'ਚ ਦੱਸਿਆ ਹੋਇਆ ਸਾਰਾ ਸਿਸਟਮ। ਸਮਝਣਾ ਪੈਣਾ ਸਾਨੂੰ। ਕੰਨਾਂ ਦੀ ਮੈਲ ਤੋਂ ਬੱਚੇ ਪੈਦਾ ਕਰਦੇ ਸੀ ਤਾਂ ਨਾਮ ਦੇ ਮਹਾਰਾਜ ਨੇ ਸ਼ਬਦ ਲਿਖ ਦਿੱਤਾ, ਮਾਈ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ, ਹਮ ਨਾ ਹੋਤੇ ਤੁਮ ਨਾ ਹੋਤੇ, ਕਬਨ ਕਹਾਂ ਤੇ ਆਇਆ। ਨਾਮ ਦੇ ਮਹਾਰਾਜ ਕਹਿੰਦੇ ਤੂੰ ਕੰਨਾਂ ਦੀ ਮੈਲ ਤੋਂ ਬੱਚੇ ਪੈਦਾ ਕਰੀ ਜਾਂਦਾ। ਜੇ ਮੇਰਾ ਮਾਂ ਨਾ ਹੁੰਦੀ, ਜੇ ਮੇਰਾ ਬਾਪ ਨਾ ਹੁੰਦਾ ਤੇ ਅਸੀਂ ਤਾਂ ਆਉਣਾ ਹੀ ਨਹੀਂ ਸੀ। ਸਵਾਲ ਕਰ ਦਿੱਤਾ ਨਾਮ ਦੇ ਮਹਾਰਾਜ ਨੇ। ਕੌਣ ਲੋਕ ਨੇ ਉਹ ਜਿਹੜੇ ਕਰਦੇ ਸੀ? ਤੇ ਇਹ ਬਸ ਇਦਾਂ ਦੇ ਸੀ। ਸੁਖਪ੍ਰੀਤ ਜੀ ਉਦੋਂ ਕੇ ਵਰਗੇ। ਯਾਦ ਰੱਖਿਓ, ਇਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ 4 ਸਾਹਿਬਜ਼ਾਦੇ ਨੇ, ਜਿਹੜੇ ਵੱਡੇ ਸਾਹਿਬਜ਼ਾਦੇ ਨੇ, ਜੁਝਾਰ ਤੇ ਜੀਤਿਆ, ਉਹਨਾਂ ਦੇ ਨਾਮ ਦੇ ਨਾਲ 2 ਸੇਮ ਸਾਹਿਬਜ਼ਾਦੇ ਇਸ ਬੰਦੇ ਨੇ ਹੋਰ ਖੜੇ ਕਰ ਦਿੱਤੇ। ਕਹਿੰਦੇ 2 ਸਾਹਿਬਜ਼ਾਦੇ ਹੋਰ ਸੀ ਔਰ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਗੋਦ ਲਏ ਹੋਏ ਸੀ। ਇਹਨੂੰ ਸਮਝੋ ਤੁਸੀਂ ਸਾਧ ਸੰਗਤ ਜੀ। ਜੇ ਸਿੱਖਿਆ, ਜੇ ਆਪਣਾ ਇਤਿਹਾਸ ਬਣਾਉਣਾ ਹੈ ਨਾ, ਜੇ ਸਿੱਖ ਸੋਚ ਹੈਗੀ ਹੈ ਤੁਹਾਡੇ 'ਚ, ਇਹਨੂੰ ਸਮਝੋ। ਇਹ ਕਾਹਤੋਂ ਨਾਲ ਖੜੇ ਕਰ ਦਿੱਤੇ? ਆਉਣ ਵਾਲੇ 15-20 ਸਾਲਾਂ 'ਚ, 30 ਸਾਲਾਂ, 40 ਸਾਲਾਂ ਦੇ ਵਿੱਚ ਉਹਨਾਂ ਨੇ ਕੀ ਕਰਨਾ? ਉਨੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਾਹਿਬਜ਼ਾਦੇ ਆ ਉਹਨਾਂ ਨੂੰ ਸਾਈਡ ਤੇ ਕਰ ਦੇਣਾ ਤੇ ਇਹ ਜਿਹੜੇ ਆ ਗੋਦ ਲਏ ਹੋਏ ਇਹ ਉਜਲੇ ਕਰ ਦੇਣੇ ਆ। ਇਤਿਹਾਸ ਸਾਡਾ ਕੀ ਕਰ ਦਿੱਤਾ? ਜ਼ੀਰੋ। ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਪ ਵਾਰ ਦਿੱਤਾ। ਸਾਨੂੰ ਪਤਾ ਆ, ਤੁਸੀਂ ਜਿਹੜੇ ਮਰਜ਼ੀ ਡਰਾਮੇ ਕਰ ਲਓ, ਤੁਹਾਡੀ ਜ਼ਰੂਰਤ ਨਹੀਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹ ਸ਼ਬਦਾਂ ਦੀ ਜਿਹੜੀ ਵਿਚਾਰ ਆ ਤੁਸੀਂ ਉਹ ਤੇ ਦਾਗ ਵੀ ਲਾ ਦਿਓ, ਕਿਉਂਕਿ ਮੇਰੇ ਸਤਿਗੁਰ ਜੀ ਨੇ ਸ਼ਬਦੀ ਅੱਖਰੀ ਇਦਾਂ ਲਿਖੇ ਹੋਏ ਆ। ਤੁਹਾਨੂੰ ਸਮਝ ਨਹੀਂ ਆਉਣੀ। ਸਮਝ ਉਹਨੂੰ ਆਉਣੀ ਆ ਜਿਹੜਾ ਮਨੁੱਖਤਾ ਵਾਸਤੇ ਗੁਣਾ ਜਾਣਦਾ ਆ, ਜਿਹੜਾ ਮਨੁੱਖਤਾ ਵਾਸਤੇ ਕੁਝ ਕਰਨ ਜਾਣਦਾ ਆ। ਅੱਛਾ, ਕਿੱਥੇ ਬੈਠਾ ਹੋ ਰੱਬ? ਮੈਂ ਤੁਹਾਨੂੰ ਸਾਫ਼ ਗੱਲ ਧਿਆਨ ਰੱਖਿਓ, ਕਿੱਥੇ ਬੈਠਾ ਰੱਬ? ਉਹ ਕਿਤੇ ਬਾਹਰ ਬੈਠਾ ਨਹੀਂ। ਹੁਣ ਸੁਣਿਓ ਕਿੱਦਾਂ ਸਮਝ ਆਉਣੀ ਹੈ, ਧਿਆਨ ਕਰਿਓ। ਜਿਹੜਾ ਉਹ ਰੱਬ ਆ ਤੁਹਾਡੇ ਅੰਦਰ ਆ। ਜਦੋਂ ਤੁਸੀਂ ਆਪਣੀ ਆਤਮਾ ਤੋਂ, ਚੇਤਨਾ ਤੋਂ ਕਿਸੇ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਆ, ਆਪਣੀ ਆਤਮਾ ਤੋਂ ਕਿਸੇ ਨੂੰ ਕੁਝ ਦਿੰਦੇ ਆ, ਉਹ ਰੱਬ ਫਿਰ ਤੁਹਾਡੀ ਆਤਮਾ ਤੋਂ ਪ੍ਰਗਟ ਹੁੰਦਾ। ਅੱਛਾ, ਸੇਮ ਆਤਮਾ ਦੂਸਰੇ ਦੇ ਅੰਦਰ ਆ, ਸੇਮ ਮਾਈਂਡ ਸਾਡਾ ਨੈਚੁਰਲ ਦੂਸਰੇ ਦੇ ਅੰਦਰ ਆ। ਇਹਦੇ ਵਿੱਚ ਨਿਸ਼ਾਨ ਪੈਂਦਾ ਆ ਤੇ ਆਤਮਾ ਚੇਤਨਾ ਕੀ ਹੁੰਦੀ? ਬਰਾਬਰ ਹੁੰਦੀ ਆ। ਅਸੀਂ ਭਾਈ, ਸਾਡੀ ਕਿਸੇ ਨਾਲ ਲੜਾਈ ਨਹੀਂ। ਜਿਨ੍ਹਾਂ ਲੋਕਾਂ ਨੇ ਅੱਜ ਤੱਕ ਸਾਡੇ ਪੁਰਖਿਆਂ ਨੂੰ, ਜਿਨ੍ਹਾਂ ਨੇ ਸਿੱਖੀ ਦੀ ਦਾਤ ਬਖਸ਼ੀ, ਉਹਨਾਂ ਨੂੰ ਭੁੱਖੇ ਲਿਖਿਆ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕਿੱਥੋਂ ਭੁੱਖੇ ਦੱਸੋ? ਆਪਣੀ ਕਿਰਤ ਕਰਦੇ ਸੀ, ਕਬੀਰ ਸਾਹਿਬ ਕਿਰਤ ਕਰਦੇ ਸੀ, ਨਾਮਦੇਵ ਜੀ ਕਿਰਤ ਕਰਦੇ ਸੀ, ਸਦਨਾ ਜੀ ਕਿਰਤ ਕਰਦੇ ਨੇ,
ਸੈਨ ਜੀ ਕਰਤ ਸਾਰੇ ਕਰਤੀ ਆ। ਤੁਸੀਂ ਭੁੱਖੇ ਕਿਹਦਾ ਲਿਖਿਆ? ਸਾਨੂੰ ਜਵਾਬ ਦਿਓ। ਏਦਾਂ ਹੱਥ ਜੋੜ ਕੇ ਬੇਨਤੀ ਕਰਦੇ ਜੀ, ਹੱਥ ਅੱਡੇ ਹੋਏ ਆ, ਦਿਓ ਸਾਨੂੰ, ਦੱਸੋ ਸਾਨੂੰ ਕਿੱਥੇ ਭੁੱਖੇ ਸੀ ਉਹ। ਸਾਰੇ ਕਰਤੀ ਆ। ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥਾਂ ਨਾਲ ਲਿਖਿਆ ਬਾਣੀ ਦੇ ਵਿੱਚ। ਉਹਨਾਂ ਦਾ ਮਹਾਰਾਜ ਕਹਿੰਦੇ ਆ, ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਦਾਨ। ਦਿਓ ਜਵਾਬ ਇੱਥੇ ਮੇਰੇ ਸਤਿਗੁਰੂ ਜੀ ਦਾ। ਹਾਂ, ਸਤਸੰਗ ਯਾਦ ਰੱਖਿਓ, ਜਿੰਨਾ ਚਿਰ ਤੁਸੀਂ ਆਪ ਬਾਣੀ ਨੂੰ ਨਹੀਂ ਪੜ੍ਹਦੇ, ਔਰ ਸਤਸੰਗ ਜੀ ਮੈਂ ਜਿੰਨੇ ਤੁਸੀਂ ਮੇਰੇ ਵੀਰ ਸੁਣਦੇ ਆ, ਭੈਣਾਂ ਵੀਰ ਛੋਟੇ ਬੱਚੇ ਵੀ ਹੋਣੇ ਆ, ਮੇਰੇ ਮਾਂ-ਬਾਪ ਦੇ ਬਰਾਬਰ ਵੀ ਹੋਣੇ, ਮੇਰੇ ਅੰਕਲ ਚਾਚੇ ਤਾਏ ਜਿੰਨੇ ਵੀ ਤੁਸੀਂ ਸੁਣਦੇ ਆ, ਇੱਕ ਵਾਰੀ ਜਪਜੀ ਸਾਹਿਬ ਜਿਹੜਾ ਤੁਸੀਂ ਪੜ੍ਹਦੇ ਆ, ਉਹਦੇ ਵਿੱਚ ਜਿਹੜੇ ਔਂਕੜ ਲੱਗੇ ਹੋਏ ਕੱਕੇ ਨੂੰ 2 ਜਗ੍ਹਾ ਆਇਆ। ਦੋਨੇ ਪੌੜੀਆਂ ਦਾ ਧਿਆਨ ਰੱਖਿਓ। ਜਦੋਂ ਉੱਥੇ ਆਉਣਾ ਤੁਸੀਂ ਸੋਚਣਾ ਆ ਵੀ ਗੁਰੂ ਨਾਨਕ ਸਾਹਿਬ ਨੇ ਇਦਾਂ ਕਿਉਂ ਲਿਖਿਆ। ਗੁਰੂ ਨਾਨਕ ਸਾਹਿਬ ਜਦੋਂ ਲਿਖਦੇ ਆ ਨਾ 18ਵੀਂ ਪੌੜੀ ਤੇ ਲਿਖਦੇ ਆ, ਮਹਾਰਾਜ ਕਹਿੰਦੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਹੁਣ ਯਾਦ ਰੱਖਣਾ ਤੁਸੀਂ ਇਹਨੂੰ ਨਾਲ ਨਾਲ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੁੜਿਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਭੱਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ। ਜਦੋਂ ਗੁਰੂ ਨਾਨਕ ਸਾਹਿਬ ਨੇ ਨੀਚ ਲਿਖਿਆ, ਉੱਥੇ ਕੱਕੇ ਨੂੰ ਔਂਕੜ ਲਾਇਆ ਵੀ ਮੈਂ ਕਹਿ ਰਿਹਾ। ਸਹੀ ਤੁਧ ਨੂੰ ਗਾਵਣ ਜੋ ਤੁਧ ਭਾਵਨ ਰੱਤੇ, ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ, ਸਿਵੈ ਚਿਤਨਾ ਆਵਣ, ਨਾਨਕ ਕਿਆ ਵਿਚਾਰੇ। ਸੋ ਦਰ ਦੇ ਪਾਠ ਦੇ ਵਿੱਚ ਉੱਥੇ ਵੀ ਕੱਕੇ ਨੂੰ ਔਂਕੜ ਲਾਇਆ ਕਿ ਮੈਂ ਕਹਿ ਰਿਹਾ। ਸਮਝ ਆ ਰਹੀ ਸਤਸੰਗ ਜੀ? ਬੜੀ ਸਿੰਪਲ ਬਾਣੀ ਆ। ਆਪਾਂ ਸਿੰਪਲ ਕਿਦਾਂ? ਸਤਸੰਗ ਦੀ ਚੇਤਨਾ ਨੂੰ ਜਗਾਉਂਦੀ ਆ। ਬਸ ਇਹ ਰੰਗ ਦੇ ਵਿੱਚ ਜਦੋਂ ਬੰਦਾ ਰੰਗਿਆ ਜਾਂਦਾ, ਰੰਗ ਲਾਗਤ ਰੇ ਰੰਗ ਲੱਗ ਜਾਂਦੇ ਨੇ ਸਤਸੰਗ ਜੀ। ਜ਼ਿਆਦਾ ਮੈਂ ਯਾਦ ਰੱਖਿਓ, ਮੈਂ ਜ਼ਰੂਰ ਇਹ ਜਿਹੜੀ ਵੀਡੀਓ ਆ ਜਿੰਨੀ ਜਲਦੀ ਹੋ ਸਕਦਾ, ਜਿੰਨੀ ਸ਼ੇਅਰ ਕਰ ਸਕਦੇ ਓਨੀ ਕਰਿਓ, ਕਿਉਂਕਿ ਸੁਖਪ੍ਰੀਤ ਉਦੋਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਆ। ਉਹਨੂੰ ਪਤਾ ਲੱਗਣਾ ਚਾਹੀਦਾ ਵੀ ਕਿਸੇ ਗੁਰੂ ਦੇ ਸਿੱਖ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿੱਖ ਨੇ ਮੇਰੇ ਤੇ ਸਵਾਲ ਕਰ ਦਿੱਤਾ ਆ, ਤੇ ਉਹ ਫਿਰ ਮੈਨੂੰ ਫੋਨ ਕਰੇ, ਉਹ ਮੈਨੂੰ ਨਾ ਕਰੇ, ਉਹਦੀ ਮੇਰੇ ਨਾਲ ਕੋਈ ਪ੍ਰੋਬਲਮ ਨਹੀਂ। ਤੁਸੀਂ ਸਵਾਲ ਸੁਖਪ੍ਰੀਤ ਜੀ ਉਦੋਕੇ ਨੂੰ ਪੁੱਛਣੇ ਸ਼ੁਰੂ ਕਰੋ ਕਿ ਮਹਾਰਾਜ ਜਿਹੜੀ ਸਾਖੀ ਆ ਇੰਗਲੈਂਡ ਦੇ ਵਿੱਚ ਪਈ ਆ, ਅਸੀਂ ਤਾਂ ਟਿਕਟ ਲਾ ਕੇ ਇੰਗਲੈਂਡ ਜਾ ਨਹੀਂ ਸਕਦੇ, ਸਾਨੂੰ ਲਿਆ ਕੇ ਫੇਸਬੁੱਕ ਤੇ ਸ਼ੋਅ ਕਰੋ, ਔਰ ਲਿਖਣ ਵਾਲੇ ਦਾ ਨਾਮ ਦੱਸ। ਪੁੱਛੋ ਇਹਨੂੰ। ਬਹੁਤ ਗੱਲਾਂ ਐਸੀਆਂ ਜਿਹੜੀਆਂ ਪੁੱਛਣ ਵਾਲੀਆਂ, ਮੈਂ ਤੁਹਾਨੂੰ ਸਿਰਫ ਧਿਆਨ ਦਵਾਈ ਜਾਣਾ, ਪੁੱਛਣੀਆਂ ਤੁਸੀਂ ਆ। ਜਦੋਂ ਮੇਰੇ ਨਾਲ ਗੱਲ ਕਰੂਗਾ ਤਾਂ ਫਿਰ ਮੈਂ ਵੀ ਦੱਸੂਗਾ ਕਿ ਭਾਈ ਗੁਰੂ ਗ੍ਰੰਥ ਸਾਹਿਬ 'ਚ ਆਹ ਲਿਖਿਆ ਹੋਇਆ। ਠੀਕ ਹੈ ਸਾਧ ਸੰਗਤ ਜੀ, ਯਾਦ ਰੱਖਿਓ, ਜੋ ਦਿਨ ਆਵੇ ਸੋ ਦਿਨ ਜਾਈ। ਜਿਹੜਾ ਸੂਰਜ ਚੜ੍ਹ ਗਿਆ ਨਾ ਤੇ ਉਹਨੇ ਸ਼ਾਮ ਨੂੰ ਛਿਪਣਾ ਆ। ਤੁਸੀਂ ਸੂਰਜ ਚੜ੍ਹਿਆ ਸੀ, ਤੁਸੀਂ ਉਸ ਸੂਰਜ ਦੇ ਵਿੱਚ ਹੁੰਦਿਆਂ ਕੀ ਕੀਤਾ? ਆਪਣੇ ਮਾਈਂਡ ਨੂੰ ਕੀ ਕਰੋ? ਧਿਆਨ ਕਰੋ। ਤੇ ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਕੂਚ ਰਹਿਣ ਥਰਨਾਈ। ਜਿੱਦਾਂ ਸੂਰਜ ਸਵੇਰੇ ਚੜ੍ਹਿਆ ਸ਼ਾਮ ਨੂੰ ਛਿਪ ਗਿਆ, ਇਦਾਂ ਹੀ ਸਾਡਾ ਜਨਮ ਹੋਇਆ, ਅਸੀਂ ਮਰ ਜਾਣਾ, ਪਰ ਬਰਾਬਰਤਾ, ਭਾਈਚਾਰਾ, ਤੇ ਅਸੀਂ ਉਸਾਂ ਵੀਰਾਂ ਦੇ ਨਾਲ ਪਿਆਰ ਦੇ ਨਾਲ ਬਹਿ ਕੇ ਗੱਲ ਕਰਨੀ ਸ਼ੁਰੂ ਕਰੀਏ, ਜਿਹੜੇ ਉਸ ਮਨੁੱਖਤਾ ਤੋਂ ਖੁੰਝੇ ਹੋਏ ਆ, ਜਿਹੜੇ ਉਹ ਮਨੁੱਖਤਾ ਦੀ ਗੱਲ ਨਹੀਂ ਕਰਦੇ, ਕੁਛ ਹੋਰ ਹੀ ਸਾਨੂੰ ਸੁਣਾਈ ਜਾਂਦੇ ਆ। ਆਪਾਂ ਉਹਨੂੰ ਕੋਸ਼ਿਸ਼ ਕਰੀਏ ਸਾਰੇ ਇਕੱਠੇ। ਮੇਰੇ ਇਕੱਲੇ ਦਾ ਕੰਮ ਨਹੀਂ ਹੈਗਾ। ਜਿਹੜਾ ਸੂਰਜ ਚੜ੍ਹਦਾ ਸਾਰਿਆਂ ਨੂੰ ਰੋਸ਼ਨੀ ਦਿੰਦਾ ਆ, ਤੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਨਾ, ਮੈਂ ਇਕੱਲਾ ਥੋੜ੍ਹੀ ਆ। ਮੈਂ ਤਾਂ ਤੁਹਾਨੂੰ ਇਹ ਦੱਸ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ ਪੜ੍ਹੀ ਜਾਣੀ ਹੈ। ਜਿਹੜਾ ਮੈਂ ਮੂਲ ਮੰਤਰ ਪਹਿਲਾਂ ਪੜ੍ਹਿਆ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਇਹ 16 ਅੱਖਰਾਂ 'ਚ ਲਿਖਿਆ ਗਿਆ। ਯਾਦ ਰੱਖਿਓ, ਇਹਦੇ ਵਿੱਚ 7 ਵਾਰੀ ਰਾਰਾ ਆਇਆ। ਰਾਰਾ ਤੁਹਾਡੀ ਆਤਮਾ ਤੇ ਕੰਮ ਕਰਦਾ। ਜਿੱਥੇ ਰਾਰਾ ਆਉਂਦਾ ਨਾ, ਬਸ ਯਾਦ ਰੱਖਿਓ, ਰਾਰੇ ਨੂੰ ਸਿਹਾਰੀ ਵੀ ਲੱਗੀ ਹੋਈ ਆ, ਰਾਰੇ ਨੂੰ ਔਂਕੜ ਵੀ ਲੱਗਾ ਹੋਇਆ, ਰਾਰੇ ਨੂੰ ਬਿਹਾਰੀ ਵੀ ਲੱਗੀ ਹੋਈ ਆ, ਰਾਰੇ ਨੂੰ ਦਲਾਮਾਂ ਵੀ ਲੱਗੀਆਂ ਹੋਈਆਂ ਆ, ਰਾਰੇ ਨੂੰ ਤੁਹਾਡੀ ਆਤਮਾ ਨੂੰ ਹਰ ਇੱਕ ਕੁਦਰਤ ਦੀ ਸ਼ੋਅ ਪ੍ਰਾਪਤ ਆ। ਬਾਣੀ ਅੱਖਾਂ ਨਾਲ ਦੇਖ ਕੇ ਪੜ੍ਹੀ ਜਾਣੀ ਹੈ। ਜਦੋਂ ਰਾਰਾ ਆਉਣਾ ਤੁਹਾਨੂੰ ਪਤਾ ਲੱਗ ਜਾਣਾ ਮੇਰੀ ਆਤਮਾ ਦੀ ਗੱਲ ਹੋ ਰਹੀ ਹੈ। ਠੀਕ ਹੈ ਨਾ? ਰਾਜ ਕਿੱਦਾਂ ਲਿਖਦੇ ਆਪਾਂ? ਰਾਰੇ ਨੂੰ ਕੰਨਾ ਆਉਂਦਾ। ਜੇ ਆਤਮਾ ਤੋਂ ਸੱਚ ਬੋਲਾਂਗੇ ਤੇ ਰਾਜ ਪ੍ਰਗਟ ਹੋਣਾ। ਪਹਿਲਾਂ ਤੁਹਾਡੇ ਅੰਦਰ ਪ੍ਰਗਟ ਹੋਣਾ ਰਾਜ, ਫਿਰ ਬੇਗਮਪੁਰਾ ਬਣਨਾ। ਅੰਦਰ ਬੇਗਮਪੁਰਾ ਬਣਨਾ, ਫਿਰ ਲਾਗੂ ਬਾਹਰ ਕਰ ਸਕਦੇ ਆਪਾਂ, ਨਹੀਂ ਤਾਂ ਅਸੀਂ ਬੇਗਮਪੁਰਾ ਲਾਗੂ ਨਹੀਂ ਕਰ ਸਕਦੇ। ਗੱਲਾਂ ਨਾਲ ਬੇਗਮਪੁਰਾ ਲਾਗੂ ਨਹੀਂ ਹੋਣਾ, ਪ੍ਰੈਕਟੀਕਲ ਕਰਨਾ ਪੈਣਾ। ਮੇਰੇ ਸਤਿਗੁਰੂ ਜੀ ਨੇ ਬਹੁਤ ਵੱਡਾ ਪ੍ਰਚਾਰ ਕੀਤਾ ਹੋਇਆ ਆ। बेगमपुरा शहर को नाओ दुखन दो ना ताहे ते दाओ ना तस्वी खराज न माल खौफ ना खता ना तरस जवाल अब वहां खूब बतन गया भाई इहां खा उहां खैर सदा मेरे भाई उहां इत्थे अंदर
ਹਮੇਸ਼ਾ ਹੀ ਖੈਰ ਰਹਿੰਦੀ ਹੈ ਤਾਂ ਬਾਹਰ ਵੀ ਅਸੀਂ ਖੈਰ ਕਰਨ ਦੀ ਕੋਸ਼ਿਸ਼ ਕਰੂੰਗਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਆਇਆ ਆਣ ਬਾਟ ਕਾਹੇ ਨਹੀਂ ਆਇਆ। ਇਹ ਸ਼ਬਦ ਨੇ ਜਿਹੜੇ ਲੋਕ ਇਦਾਂ ਸਾਡੇ ਤੇ ਸ਼ਿਕੰਜੇ ਕੱਸਣਗੇ ਤਾਂ ਅਸੀਂ ਕੋਸ਼ਿਸ਼ ਕਰਾਂਗੇ, ਧੋਵਾਂਗੇ ਜ਼ਰੂਰ। ਠੀਕ ਹੈ ਜੀ, ਬੁਲਾਈਏ ਫਤਿਹ ਸਾਧ ਸੰਗਤ ਜੀ। ਯਾਦ ਰੱਖਿਓ, ਜਿੱਦਾਂ ਸੂਰਜ ਚੜ੍ਹਦਾ ਆ ਇਦਾਂ ਹੀ ਚਲੇ ਜਾਣਾ ਹਰ ਇੱਕ ਨੇ, ਸ਼ਾਮੀ ਛਿਪ ਜਾਂਦਾ ਹੈ ਆਪਣਾ ਕੰਮ ਕਰਕੇ। ਇਦਾਂ ਹੀ ਅਸੀਂ ਆਪਣਾ ਜੀਵਨ ਸਫਲ ਕਰਦਿਆਂ ਇਦਾਂ ਹੀ ਚਲੇ ਜਾਣਾ ਸਾਧ ਸੰਗਤ ਜੀ। ਔਰ ਯਾਦ ਰੱਖਿਓ, ਕੋਈ ਦੁਨੀਆ ਤੋਂ ਬੰਦਾ ਕਿਤੇ ਨਹੀਂ ਜਾਂਦਾ, ਇੱਥੇ ਰਹਿੰਦਾ। ਪਰ ਜਿਹੜੇ ਉਹਦੇ ਕਰਮ ਨੇ, ਜਿਹੜੇ ਉਹਦੇ ਕੰਮ ਆ, ਬੋਲਦੇ ਆ। ਠੀਕ ਹੈ ਜੀ, ਆਪੋ ਆਪਣੀ ਜ਼ਿੰਦਗੀ ਬਤੀਤ ਕੀਤੀ ਹੋਈ ਉਹ ਦੱਸਦੇ ਆ। ਠੀਕ ਹੈ ਸਾਧ ਸੰਗਤ ਜੀ, ਹੁਣ ਮੈਂ ਜ਼ਿਆਦਾ ਟਾਈਮ ਨਾ ਲਵਾਂ, ਵੀਡੀਓ ਲੰਬੀ ਹੋ ਜਾਂਦੀ ਫਿਰ ਸੁਣਦੇ ਘੱਟ ਆ। ਮੇਰੀ ਹੱਥ ਜੋੜ ਕੇ ਬੇਨਤੀ ਆ, ਵੀਰਾਂ ਭੈਣਾਂ ਭਰਾਵਾਂ ਨੂੰ ਸਾਰੇ ਰਲ ਕੇ ਸ਼ੇਅਰ ਕਰ ਦਿਓ, ਕਿਉਂਕਿ ਉਸ ਸੁਖਪ੍ਰੀਤ ਉਦੋਗ ਤੱਕ ਗੱਲ ਜਾਣੀ ਚਾਹੀਦੀ। ਮੇਰਾ ਵੀਰ ਆ, ਪਰ ਜੇ ਕੋਈ ਸਤਿਗੁਰੂ ਮਰਦਾਨਾ ਜੀ ਦੇ ਨੂੰ ਲਾਲਚੀ ਬਣਾਉਣ ਦੀ ਕੋਸ਼ਿਸ਼ ਕਰੂਗਾ, ਔਰ ਮੈਂ ਹੋਰ ਵੀ ਦੱਸ ਦਿੰਦਾ, ਇਹਨੇ ਕਿਹਾ ਕਿ ਸਤਿਗੁਰੂ ਮਰਦਾਨਾ ਜੀ ਨੇ ਫਲ ਤੋੜ ਲੈ। ਗੁਰੂ ਨਾਨਕ ਨੇ ਅੱਗੇ ਜਾ ਕੇ ਕਿਹਾ ਵੀ ਤੋੜ ਕੇ ਖਾ ਕੇ ਦੇਖੋ। ਮੈਂ ਇਸ ਸੁਖਪ੍ਰੀਤ ਜੀ ਉਦੋਗ ਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਕਸ਼ਮੀਰ ਦੇ ਵਿੱਚੋਂ, ਜੰਮੂ ਦੇ ਵਿੱਚੋਂ ਸੇਬ ਆਉਂਦਾ ਆ, ਮਹੀਨਾ ਉਹਦੇ ਵਿੱਚ ਪਿਆ ਰਹਿੰਦਾ, ਉਹਨਾਂ ਦਾ ਟੇਸਟ ਤਾਂ ਅਜੇ ਚੇਂਜ ਨਹੀਂ ਹੋਇਆ, ਤੇ 2 ਘੰਟੇ 'ਚ ਮਰਦਾਨਾ ਬਾਬਾ ਮਰਦਾਨਾ ਜੀ ਦੇ ਫਲ ਤੋੜੇ ਹੋਏ 2 ਘੰਟੇ ਟੇਸਟ ਚੇਂਜ ਹੋ ਗਿਆ। ਸੁਣਾਉਣ ਲੱਗੇ ਥੋੜਾ ਜਿਹਾ ਅਕਲ ਕਰ ਲਿਆ ਕਰੋ, ਸੋਚ ਲਿਆ ਕਰੋ ਕੁਛ। 4-4 ਮਹੀਨੇ ਸਟੋਰਾਂ 'ਚ ਪਿਆ ਰਹਿੰਦਾ ਸਭ ਕੁਛ। ਯਾਦ ਰੱਖਿਓ, ਇਹ ਸਾਨੂੰ ਨਾ ਦੱਸ। ਅਸੀਂ ਜਦੋਂ ਕਸਬੱਟੀ ਲਾਉਣੀ ਆ ਜਾਂ ਸਵਾਲ ਪੁੱਛਣੇ ਆ, ਤਰਕ ਕਰਨੀ ਆ, ਤਾਂ ਪਤਾ ਨਹੀਂ ਲੱਗਣਾ ਕੀ ਹੋਇਆ ਇੱਥੇ। ਹਾਂ, कबीर कुकर राम का मुतिया मेरा नाओ, गले हमारे जेवरी जै खींचे तै जाऊं। असी उधर नूं जाना जिधर नूं गुरु नानक गया, ना कि जिधर नूं सानूं किताबां ते कताबां लैके जांदियां ने। ना ना ना, असी तां गुरु ग्रंथ साहब जी तो सामने मेरे पोथी प्रकाश आ, आनंद माण रहे हैं जी। ठीक है जी, बुलाइए फतेह जी। सत्संग जी शेयर करियो, कोई भी गल बोलदे अगे पिछे बोल गया होवां मैनूं माफ़ करियो, चंगी लगी होवे सुखप्रीत उदोग तक वीडियो पहुँचनी चाहिए। फिर मैं सुना मैं एक बारी, क्योंकि पता क्यों सत्संग जी जी ना गल आ, मैं चाहता कि एक बार फिर तुहानूं सुन लगी एंड ते फिर तुहानूं पता लग जाऊगा हाँ इन्हें क्या किया। सुनियो, गुरु नानक सच्चे पातशाह की एक जन्म साखी B42 लंदन म्यूजियम च पई है। ਉਹਦੇ ਵਿੱਚ ਇੱਕ ਬੜੀ ਸੋਹਣੀ ਸਾਖੀ ਹੈ। ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੂੰ ਮਰਦਾਨਾ ਕਹਿੰਦਾ ਪਾਤਸ਼ਾਹ ਜੰਗਲ ਚ ਲੰਘ ਰਹੇ ਸੀ, ਪਾਤਸ਼ਾਹ ਭੁੱਖ ਬੜੀ ਲੱਗੀ ਹੈ। ਤੇ ਪਾਤਸ਼ਾਹ ਥੋੜੇ ਅੱਗੇ ਗਏ ਤੇ ਇੱਕ ਰੁੱਖ ਵੱਲ ਇਸ਼ਾਰਾ ਕਰਕੇ ਕਹਿੰਦੇ ਮਰਦਾਨਿਆ, ਉਸ ਰੁੱਖ ਨੂੰ ਜਿਹੜੇ ਫਲ ਲੱਗੇ ਹਨ ਤੂੰ ਉਹ ਖਾ ਲੈ। ਮਰਦਾਨੇ ਨੂੰ ਖਾਣ ਵਾਸਤੇ ਕਿਹਾ ਸੀ। ਮਰਦਾਨੇ ਨੇ ਇੱਕ ਫਲ ਤੋੜਿਆ, ਖਾ ਕੇ ਵੇਖਿਆ, ਬੜਾ ਸਵਾਦ ਲੱਗਾ। ਉਸਨੇ ਦੂਸਰਾ ਖਾਧਾ, ਬੜਾ ਸਵਾਦ ਲੱਗਾ। ਹੁਣ ਮਨ ਦੇ 'ਚ ਲਾਲਚ ਪੈਦਾ ਹੋ ਗਿਆ ਕਿ ਤੋੜ ਕੇ ਹੋਰ ਰੱਖ ਲਵਾਂ। 4 5 6 ਹੋਰ ਤੋੜੇ ਤੇ ਕੱਪੜੇ ਦੇ ਵਿੱਚ ਬੰਨ੍ਹ ਕੇ ਤੁਰ ਗਿਆ। ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ, ਕਹਿੰਦੇ ਮਰਦਾਨੇ ਕੀ ਚੁੱਕੀ ਆਉਣਾ ਹੈ? ਕਹਿੰਦਾ ਪਾਤਸ਼ਾਹ ਜਿਸ ਰੁੱਖ ਦੇ ਤੁਸੀਂ ਫਲ ਤੋੜਨ ਨੂੰ ਕਿਹਾ ਸੀ ਮੈਂ 2 ਤਾਂ ਖਾ ਲਏ ਨੇ ਤੇ ਬਾਕੀ ਕੱਲ ਵਾਸਤੇ ਚੁੱਕੀ ਆਉਣਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਹੀ ਹੈ, ਮਰਦਾਨਿਆ ਤੈਨੂੰ ਪਤਾ ਹੈ ਕਿ ਕੱਲ ਤੱਕ ਇਹ ਫਲ ਹੋਣਗੇ ਜਾਂ ਫਲ ਖਾਣ ਵਾਲੇ ਹੋਣਗੇ? ਤੈਨੂੰ ਕੱਲ ਦਾ ਪਤਾ? ਪਾਤਸ਼ਾਹ ਨਹੀਂ। ਕਹਿੰਦੇ ਫਿਰ ਫਲਾਂ ਨੂੰ ਖੋਲ ਕੇ ਵੇਖ। ਜਦੋਂ ਖੋਲ ਕੇ ਵੇਖਿਆ, ਕਹਿੰਦੇ ਖਾ ਕੇ ਵੇਖ। ਜਦੋਂ ਖਾ ਕੇ ਵੇਖਿਆ ਤੇ ਉਹਨਾਂ ਦਾ ਸਵਾਦ ਖਰਾਬ ਹੋ ਚੁੱਕਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਕਹਿੰਦੇ ਕਿ ਮਾਇਆ ਨੂੰ ਗੁਜਰਾਨ ਤੱਕ ਸੀਮਤ ਰੱਖੋ। ਜਦੋਂ ਅਸੀਂ ਮਨੁੱਖੀ ਵਸੀਲਿਆਂ ਦਾ ਘਾਣ ਕਰਕੇ, ਇਹ ਮਨੁੱਖੀ ਵਸੀਲਿਆਂ ਦਾ ਘਾਣ ਕਰਕੇ ਜਦੋਂ ਮਾਇਆ ਨੂੰ ਆਪਣੇ ਕੌਂਟਾਂ 'ਚ ਪਾਉਂਦੇ ਹੈ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਪਾਰ ਬਣਾ ਕੇ ਸੰਗਤ ਨੂੰ ਸੁਣਾਉਂਦੇ ਆ, ਤੇ ਉਸ ਸੰਗਤ ਜਿਹੜੀ ਸੰਗਤ ਆ ਉਹ ਤੁਹਾਡੇ ਅਕਾਊਂਟਾਂ 'ਚ ਪੈਸੇ ਪਾਉਂਦੀ ਆ। YouTube ਜਿਹੜਾ ਉਹਦੇ ਪੈਸੇ ਜਿਹੜੇ ਤੁਹਾਡੇ ਅਕਾਊਂਟਾਂ 'ਚ ਜਾਂਦੇ ਆ, ਉਸ ਵੇਲੇ ਤੁਸੀਂ ਮਨੁੱਖਾਂ ਦੀ ਬਾਣੀ ਦਾ ਤੁਸੀਂ ਘਾਣ ਕਰ ਰਹੇ ਆ। ਇਹ ਸਾਨੂੰ ਨਾ ਦੱਸੋ। ਜੰਮੂ ਤੋਂ ਸੇਬ ਆਉਂਦਿਆਂ ਮੰਡੀ 'ਚ ਜਾਂਦਿਆਂ ਉਹਦਾ ਸੇਬ ਦਾ ਟੇਸਟ ਖਰਾਬ ਨਹੀਂ ਹੁੰਦਾ। ਉੱਥੇ ਫਰਿੱਜਾਂ ਨਹੀਂ ਲੱਗੀਆਂ ਹੁੰਦੀਆਂ ਟਰੱਕਾਂ ਦੇ ਵਿੱਚ, ਉਦਾਂ ਹੀ ਹੁੰਦੇ ਨੇ ਟਰੱਕ। ਹਾਂ, ਸਾਨੂੰ ਨਾ ਦੱਸ ਵੀ ਸੇਬ ਦਾ ਤੁਸੀਂ ਕਹਿਣਾ ਕੀ ਚਾਹੁੰਦਾ ਏ। ਇਹ ਪੂਰੀ ਸੁਣਿਓ ਸਤਸੰਗਤ ਜੀ, ਇਹ ਕਹਿਣਾ ਕੀ ਚਾਹੁੰਦਾ ਆ, ਠੀਕ ਹੈ, ਵੀ ਗਰੀਬਾਂ ਨੂੰ ਬਾਰ-ਬਾਰ ਸਤਿਗੁਰ ਮਰਦਾਨਾ ਜੀ ਨੂੰ ਇਹ ਜਾਣ ਕੇ ਬਣਾਉਣਾ ਚਾਹੁੰਦਾ ਲਾਲਚੀ। ਜਿਹੜੇ ਲੋਕ ਲਾਲਚੀ ਬਣਾਉਣਗੇ, ਮੈਂ ਤਾਂ ਆ ਦੇਖੋ ਜਿੰਨਾ ਚਿਰ ਚੱਲਦੀ ਹੈ ਨਾ ਜਵਾਨ,
याद रखियो महाराज कहते आ आर नहीं जे तोपो ना ही रंबी ना ही रोपो। ਜਿਹੜੀ ਆਰ ਆ, ਆਰ ਦੇ ਵਿੱਚ ਇੱਕ ਟੱਕ ਹੁੰਦਾ ਜਿਹੜੀ ਧਾਗੇ ਨੂੰ ਖਿੱਚਦੀ ਆ। ਤੁਹਾਡੇ ਮਾਈਂਡ ਦੇ ਵਿੱਚ ਦੂਜੇ ਨੂੰ ਸਮਝਣ ਦੀ ਵਿਰਤੀ ਹੋਣੀ ਚਾਹੀਦੀ ਆ, ਨਿਸ਼ਾਨ ਹੋਣਾ ਚਾਹੀਦਾ ਵੀ ਗੱਲ ਕਿਹੜੀ ਆ, ਕਿੱਧਰ ਨੂੰ ਲੈ ਕੇ ਜਾਂਦਾ। ਠੀਕ ਹੈ, ਯਾਦ ਰੱਖੋ। ਇਹ ਨਾ ਹੋਵੇ ਵੀ ਉਹਨੇ ਟਾਕੀ ਨਾ ਹੋਵੇ ਤਾਂ ਤੁਸੀਂ ਉਹਦੇ ਬਸ ਘਬੋਈ ਜਾਂ ਧਾਗਾ ਨਾ ਬਾਹਰ ਆਵੇ। ਨਾ ਨਾ, ਇਹਦੀ ਸੋਚ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਕੁਛ। ਅੱਛਾ, ਫਿਰ ਕੀ ਕਰਨਾ? ਜਦੋਂ ਤੋਪਾ ਤੁਸੀਂ ਲਾਤਾ, ਮੇਰੇ ਸਤਿਗੁਰੂ ਜੀ ਜੋ ਤੋਪਾ ਲਾ ਦਿੰਦੇ ਸੀ, ਫਿਰ ਆਹ ਜਿਹੜੀ ਜ਼ਬਾਨ ਸੀ ਇੰਨਾ ਕੱਟਦੇ ਸੀ। ਇਹਨੇ ਗੱਲ ਕੀਤੀ ਹੈ ਨਾ, ਹੁਣ ਸਤਿਗੁਰ ਮਰਦਾਨਾ ਜੀ ਨੂੰ ਲਾਲਚੀ ਬਣਾਇਆ ਨਾ, ਸੋਚਿਆ, ਸੋਚ ਕੇ ਨਿਸ਼ਾਨ ਗੁਰੂ ਨਾਨਕ ਸਾਹਿਬ ਨੇ ਕਿਹੜਾ ਉਹਨੂੰ ਯਾਦ ਕੀਤਾ। ਇਹਦਾ ਬੋਲਿਆ ਹੋਇਆ ਇਹਨੂੰ ਸਵਾਲ ਪੁੱਛਣੇ ਨੇ ਮੈਂ। ਆਰ ਨਹੀਂ ਜੇ ਤੋਪੋ ਨਾ ਹੈ ਰੰਬੀ ਨਾ ਹੈ ਰੋਪੋ, ਹੋਂ ਗੱਠ ਗੱਠ ਖਰਾ ਬਗੂਚਾ ਬਿਨ ਗਾਠੇ ਜਾਏ ਪਹੁੰਚਾ। ਮੈਂ ਕਿਸੇ ਦੇ ਸੰਤ ਦੇ ਮਗਰ ਲਾ ਕੇ ਨਹੀਂ ਰੱਬ ਨੂੰ ਮਿਲਿਆ। ਹੋਂ ਗੱਠ ਗੱਠ ਖਰਾ ਬਗੂਚਾ ਬਿਨ ਗਾਠੇ ਜਾਏ ਪਹੁੰਚਾ। ਮੈਂ ਬਿਨਾਂ ਗੱਠਣ ਤੋਂ ਪਹੁੰਚਾ ਹੋਇਆ, ਸਤਿਗੁਰੂ ਦਾਸ ਮਹਾਰਾਜ ਜੀ ਕਹਿੰਦੇ ਨੇ। ਹਾਂ, ਯਾਦ ਰੱਖਿਓ, ਮੈਂ ਕਿਸੇ ਡੇਰੇ ਦੇ ਮੂਹਰੇ ਮੱਥਾ ਟੇਕ ਕੇ ਨਹੀਂ ਪਹੁੰਚਾ ਹੋਇਆ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ, ਸਾਧ ਸੰਗਤ ਜੀ, ਸਭ ਕੁਝ ਮਿਲਿਆ ਮੈਨੂੰ। ਅੱਜ ਕਿਸੇ ਵੀ ਚੀਜ਼ ਦੀ ਕਮੀ ਨਹੀਂ, ਹਰ ਇੱਕ ਚੀਜ਼ ਆ। ਦੇਖੋ ਮੇਰੇ, ਤੁਸੀਂ ਮੇਰਾ ਪਰਿਵਾਰ ਆ, ਤੁਸੀਂ ਮੇਰਾ ਪਰਿਵਾਰ ਆ, ਜਿੰਨੇ ਤੁਸੀਂ ਜੁੜੇ ਹੋਏ ਆ। ਇਹ ਪਰਿਵਾਰ ਜਿਹੜਾ ਆ, ਇਹ ਸਾਧ ਸੰਗਤ ਜੀ ਕਰਮਾਂ ਵਾਲਿਆਂ ਨੂੰ ਮਿਲਦਾ, ਸੱਚ ਆ। ਬਸ ਇਹ ਸਤਿਗੁਰ ਦੀ ਸੋਚ ਜਦੋਂ ਇੱਥੇ ਆ ਜਾਂਦੀ ਆ, ਸਤਿਗੁਰੂ ਦਾਸ ਮਹਾਰਾਜ ਜੀ, ਕਬੀਰ ਜੀ, ਨਾਮਦੇਵ ਜੀ, ਸਦਨਾ ਜੀ, ਸੈਣ ਜੀ, ਤੇ ਉਸ ਵੇਲੇ ਸਭ ਕੁਝ ਜੁੜ ਜਾਂਦਾ। ਸਾਧ ਸੰਗਤ ਜੀ, ਕੋਈ ਬਗਾਨਾ ਨਹੀਂ ਹੈਗਾ ਇੱਥੇ, ਸਭ ਆਪਣੇ ਨੇ। ਮੀਤ ਜਾ ਕਿਸੇ ਦੇ ਬਣ ਜਾਓ, ਬਣਾ ਲਓ। ਠੀਕ ਹੈ ਜੀ, ਬੁਲਾਈਏ ਫਤਿਹ। ਜੈ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਨਵੀਂ ਵਧਾ, अस्सलाम वालेकुम, राम राम, जय वाल्मीकि, हर हर वाल्मीकि। सत्संग जी शेयर जरूर करियो, क्योंकि इस जसप्रीत जी उद्दो के तक पहुँचनी चाहिए गल। हुण पता नहीं नाम लैण दे विच किते भुलेखा लग गया हो तो कह नहीं सकदा, पर गल जरूर पहुँचनी चाहिए। बुलाइए जी फतेह। जय गुरदेव, वाहिगुरू जी का खालसा, श्री वाहिगुरू जी की फतेह।